ਟੀਵੀ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਸਵਾਗਤ ਕਰਦੀ ਹਾਂ ਆਪ ਸਭ ਦਾ ਅੱਜ ਦੇ ਸ਼ੋਅ ਦ ਰੀਅਲ ਹੀਰੋਜ਼ ਵਿੱਚ। ਜਿੱਦਾਂ ਤੁਹਾਨੂੰ ਦੋਸਤੋ ਪਤਾ ਕਿ ਰੀਅਲ ਹੀਰੋਜ਼ ਦੇ ਵਿੱਚ ਅਸੀਂ ਆਪ ਸਭ ਨੂੰ ਇੰਟਰੋਡਿਊਸ ਕਰਵਾਈਦਾ ਉਹਨਾਂ ਪਰਸਨੈਲਿਟੀਜ਼ ਦੇ ਨਾਲ ਜਿਨ੍ਹਾਂ ਨੇ ਆਪਣੀ ਸਮਾਜ ਲਈ, ਆਪਣੀ ਸੁਸਾਇਟੀ ਲਈ ਤੇ ਆਪਣੇ ਦੇਸ਼ ਲਈ, ਆਪਣੇ ਸੂਬੇ ਲਈ ਬਹੁਤ ਹੀ ਇੱਕ ਵਧੀਆ ਕੰਮ ਕੀਤੇ ਆ। ਤੇ ਅੱਜ ਜੋ ਪਰਸਨੈਲਿਟੀ ਸਾਡੇ ਨਾਲ ਹੈ ਦੋਸਤੋ, ਬਹੁਤ ਹੀ ਇਹ ਉਹਨਾਂ ਨੂੰ ਮੈਂ ਕਹੂੰਗੀ ਸਲੂਟ ਮੈਂ ਖੁਦ ਵੀ ਕਰਦੀ ਹਾਂ। ਪੁਕਾਰ ਫਾਊਂਡੇਸ਼ਨ ਤੋਂ ਸਾਡੇ ਨਾਲ ਜੁੜੇ ਹੋਏ ਆ ਗੁਰਵਿੰਦਰ ਸਿੰਘ ਸੈਣੀ ਜੀ ਤੇ ਉਹਨਾਂ ਦਾ ਸਵਾਗਤ ਕਰਦੇ ਆ ਤਾਂ ਉਹਨਾਂ ਦੇ ਨਾਲ ਕਰਦੇ ਆ ਗੱਲਾਂ ਬਾਤਾਂ। ਆਓ ਸਵਾਗਤ ਕਰੀਏ ਉਹਨਾਂ ਦਾ। ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਇਸ ਦ ਰੀਅਲ ਹੀਰੋ ਸ਼ੋਅ ਦੇ ਵਿੱਚ ਆਉਣ ਵਾਸਤੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਮੇਰੇ ਵੱਲੋਂ ਵੀ ਅਰਸ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪਦਾ ਨਿਮਾਣਾ ਜਿਹਾ ਗੁਰਵਿੰਦਰ ਸਿੰਘ ਸੈਣੀ ਇੱਕ ਛੋਟੀ ਜਿਹੀ NGO ਚਲਾ ਰਿਹਾ ਪੁਕਾਰ ਫਾਊਂਡੇਸ਼ਨ ਦੇ ਨਾਮ ਤੇ ਇਸ ਸੋਸ਼ਲ ਦੇ ਵਿੱਚ ਆਏ ਨੂੰ ਅਪਰੋਕਸੀਮੇਟ 20 ਸਾਲ ਮੈਨੂੰ ਹੋ ਗਏ ਆ ਤੇ ਦੁਆਵਾਂ ਸਾਰਿਆਂ ਦੀਆਂ ਕਰਦੇ ਰਹੀਦਾ। ਤੇ ਤੁਸੀਂ ਜਾਣਦੇ ਹੋ ਛੋਟੇ ਕਰਦੇ ਕੰਮ ਕਰਦੇ ਅੱਜ ਇੱਕ ਛੋਟੇ ਜਿਹੇ ਪਿੰਡ ਤੋਂ ਉੱਠਿਆ ਹੋਇਆ ਗੁਰਵਿੰਦਰ ਅੱਜ ਵਰਲਡ ਲੈਵਲ ਤੇ ਗੁਰਵਿੰਦਰ ਸਿੰਘ ਸੈਣੀ ਦੇ ਨਾਮ ਤੋਂ ਜਾਣਿਆ ਜਾਂਦਾ ਤੇ ਇਹ ਸਾਰਿਆਂ ਦਾ ਆਸ਼ੀਰਵਾਦ ਹੈ। ਫਿਰ ਸਵਾਗਤ ਕਰਦਾ, ਧੰਨਵਾਦ ਕਰਦਾ ਅਰਸ਼ ਟੀਵੀ ਦਾ ਤੇ ਖਾਸ ਕਰਕੇ ਮੈਡਮ ਜਿੰਦੀ ਦਾ। ਤੇ ਹਾਂਜੀ ਵੀਰ ਜੀ, ਮੈਂ ਛੋਟੀ ਵੀਰ ਜੀ ਤੁਹਾਨੂੰ ਕਹਿੰਦੀ ਹੁੰਦੀ ਹਮੇਸ਼ਾ ਕਿਉਂਕਿ ਉਹ ਇੱਕ ਆਪਣਾ ਜਿਹੜਾ ਰਿਸ਼ਤਾ ਬਣ ਜਾਂਦਾ ਤਾਂ ਉਹਦੇ ਵਿੱਚ ਫਿਰ ਦਿਲ ਕਰਦਾ ਹੁੰਦਾ ਕਿ ਤੁਹਾਨੂੰ ਵੀਰ ਜੀ ਹੀ ਕਹੀਏ, ਸਾਡੇ ਛੋਟੇ ਭਰਾ, ਸਾਡੇ ਛੋਟੇ ਵੀਰ। ਤੇ ਜਿੱਦਾਂ ਤੁਸੀਂ ਪੁਕਾਰ ਫਾਊਂਡੇਸ਼ਨ ਜਿਹੜੀ ਹੈਗੀ ਆ ਚਲਾ ਰਹੇ, ਤੁਸੀਂ ਦੱਸਿਆ ਕਿ 20 ਸਾਲ ਤੋਂ ਪਿਛਲੇ ਤੋਂ ਇਸ ਫੀਲਡ ਵਿੱਚ ਹੈਗੇ ਆ ਤੇ ਪੁਕਾਰ ਫਾਊਂਡੇਸ਼ਨ ਦਾ ਪਹਿਲਾਂ ਤਾਂ ਆਪਾਂ ਪੁੱਛਦੇ ਆ ਕਿ ਤੁਹਾਨੂੰ ਇਹ ਜਿਹੜੀ ਫਾਊਂਡੇਸ਼ਨ ਆ ਕਦੋਂ ਇਹਨੂੰ ਸਥਾਪਿਤ ਕੀਤਾ ਤੇ ਕੀ ਤੁਹਾਡੇ ਦਿਮਾਗ ਦੇ ਵਿੱਚ ਜਦੋਂ ਆਇਆ ਸੀ, ਕੀ ਰੀਜ਼ਨ ਲੈ ਕੇ ਇਸ ਨੂੰ ਤੁਸੀਂ ਕ੍ਰੀਏਟ ਕੀਤਾ? ਸੋਸ਼ਲ ਦਾ ਇੱਦਾਂ ਸੀਗਾ ਜੀ, ਸੋਸ਼ਲ ਅਸੀਂ ਕਾਫੀ ਸਾਲਾਂ ਤੋਂ ਕਰ ਰਹੇ ਸੀ ਅਲੱਗ-ਅਲੱਗ ਤੌਰ ਤੇ। ਅਸੀਂ ਅਲੱਗ-ਅਲੱਗ ਪ੍ਰੋਫੈਸ਼ਨ ਤੋਂ ਜੋ ਪਰਸਨ ਇਕੱਠੇ ਹੋਏ ਸੀ ਅਸੀਂ ਮਿਲ ਕੇ ਕੋਸ਼ਿਸ਼ ਕੀਤੀ ਕਿ ਅਸੀਂ ਕਿੱਦਾਂ ਦੀ NGO ਬਣਾਈਏ ਜੋ ਹੈਲਥ ਐਂਡ ਐਜੂਕੇਸ਼ਨ 'ਤੇ ਕੰਮ ਕਰੇ। ਤੇ ਇਸੇ ਚੀਜ਼ ਨੂੰ ਲੈ ਕੇ ਅਸੀਂ 2016 ਦੇ ਵਿੱਚ ਅਸੀਂ ਪੁਕਾਰ ਫਾਊਂਡੇਸ਼ਨ ਦੇ ਨਾਮ ਤੇ ਕਾਫੀ ਸੋਚ ਵਿਚਾਰ ਕੀਤੀ ਵੀ ਅਸੀਂ ਪੁਕਾਰ ਦਾ ਨਾਮ ਇੱਕ ਰੱਖੀਏ। ਪੁਕਾਰ ਮਤਲਬ ਅਪੀਲ। ਤੇ ਇਸੇ ਮਿਸ਼ਨ ਨੂੰ ਲੈ ਕੇ ਅਸੀਂ 2016 ਦੇ ਵਿੱਚ ਅਸੀਂ ਲਾਂਚ ਕੀਤੀ ਸੀ ਤੇ ਕੋਸ਼ਿਸ਼ ਕਰਦੇ ਰਹੇ, ਅੱਗੇ ਨਾਲ ਪਰਸਨ ਜੁੜਦੇ ਰਹੇ, ਚੰਗੀਆਂ ਸ਼ਖਸੀਅਤਾਂ ਸਾਡੇ ਨਾਲ ਜੁੜੀਆਂ ਤੇ ਹੌਲੀ ਇਕੱਠੇ ਕਰਦੇ ਇੱਕ ਜਿਹੜਾ ਛੋਟਾ ਜਿਹਾ ਕਾਰਵਾ ਸੀ ਉਹ ਇੱਕ ਅੱਜ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਸਾਡੇ ਨਾਲ ਜੁੜ ਚੁੱਕਿਆ। ਤੇ ਗੁਰਵਿੰਦਰ ਜੀ, ਜਿੱਦਾਂ ਹੁਣ ਮੈਨੂੰ ਤਾਂ ਪਰਸਨਲੀ ਪਤਾ ਆ ਕਿ ਤੁਹਾਡੀ ਆਪਣੀ ਸਿਹਤ ਵੀ ਜਿਹੜੀ ਹੈਗੀ ਆ ਉਹ ਹੈਲਥ ਜਿਹੜੀ ਠੀਕ ਨਹੀਂ ਰਹਿੰਦੀ, ਕਾਫੀ ਪ੍ਰੋਬਲਮਸ ਹੈਲਥ ਵਾਈਜ਼ ਹੈਗੀਆਂ ਆ ਜੀ। ਤੇ ਇਹ ਜਜ਼ਬਾ ਜਿਹੜਾ ਹੈਗਾ ਤੁਹਾਨੂੰ ਸਮਾਜ ਸੇਵਾ ਵਾਸਤੇ ਕਿੱਥੋਂ ਇੰਨਾ ਆਉਂਦਾ ਹੈ? ਐਕਚੁਅਲੀ ਜੀ ਇਸੀ ਜਿਹੜਾ ਸਿਹਤ ਡਾਊਨ ਨੇ ਹੀ ਇਸ ਕੰਮ ਦੇ ਵਿੱਚ ਅੱਗੇ ਲੈ ਕੇ ਆਂਦਾ, ਕਿਉਂਕਿ ਜਦੋਂ ਆਪ ਅਸੀਂ ਖੁਦ ਬਿਮਾਰ ਸੀ ਉਦੋਂ ਕਾਫੀ ਪਰਸਨ ਮਿਲਦੇ ਸੀ ਜਿਹੜੇ ਦੂਸਰੇ ਦੀ ਹੈਲਪ ਕਰਦੇ ਸੀ। ਕਿਉਂਕਿ ਮੇਰਾ ਵੀ 2009 ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ, ਕਾਫੀ ਸੀਵੀਅਰ ਐਕਸੀਡੈਂਟ ਸੀਗਾ ਮੇਰਾ ਔਰ ਉਹਦੇ ਵਿੱਚ ਜਾਨ ਬਚ ਗਈ ਸੀ ਪਰ ਹੈਲਥ ਪ੍ਰੋਬਲਮ ਉਦੋਂ ਤੋਂ ਕ੍ਰੀਏਟ ਹੋ ਗਈਆਂ ਸੀ। ਤੇ ਜਿੱਦਾਂ ਤੁਸੀਂ ਕਹਿੰਦੇ ਕਿ ਐਕਸੀਡੈਂਟ ਹੋਇਆ, ਐਕਸੀਡੈਂਟ ਜਿਹੜਾ ਹੋਇਆ ਉਹ ਫਾਊਂਡੇਸ਼ਨ ਉਦੋਂ ਕ੍ਰੀਏਟ ਹੋਈ ਉਹ ਸੀਗੀ ਕਿ ਉਸ ਤੋਂ ਬਾਅਦ ਤੁਸੀਂ ਇਹਦੀ ਸ਼ੁਰੂਆਤ ਕੀਤੀ? ਨਹੀਂ, ਫਾਊਂਡੇਸ਼ਨ ਹੋਈ ਹੈ ਜੀ 2016 ਦੇ ਵਿੱਚ, ਐਕਸੀਡੈਂਟ ਮੇਰਾ ਹੋਇਆ 2009 ਦੇ ਵਿੱਚ। ਠੀਕ ਹੈ। ਤੇ ਉਸ ਤੋਂ ਬਾਅਦ ਕਲੌਟ ਤੋਂ ਬਾਅਦ ਕਾਫੀ ਹੋਰ ਪ੍ਰੋਬਲਮ ਸੀ, ਡਿਸਕ ਸਲਿੱਪ ਹੋ ਗਈ ਤੇ ਇੱਦਾਂ ਦੀਆਂ ਕ੍ਰੀਏਟ ਹੁੰਦੀਆਂ ਰਹੀਆਂ। ਪਰ ਹੁਣ ਕਾਫੀ ਪਿਛਲੇ 3-4 ਸਾਲਾਂ ਤੋਂ ਕੈਂਸਰ ਤੇ ਹੋਰ 1-2 ਇੱਦਾਂ ਦੀਆਂ ਕੋਈ ਹੈ ਬੋਡੀ ਪ੍ਰੋਬਲਮ ਜਿਹੜੀਆਂ ਚੱਲ ਰਹੀਆਂ, ਲੀਵਰ ਡੈਮੇਜ ਦੀ ਚੱਲ ਰਹੀ ਆ, ਜਿਹਨੂੰ ਲਿਵਰ ਸਿਰੋਸਿਸ ਬੋਲਦੇ ਆ, ਤੇ ਉਹ ਤੋਂ ਜੂਝ ਰਹੇ ਆ। ਪਰ ਫਿਰ ਵੀ ਜਜ਼ਬਾ ਜਿਹੜਾ ਉਹ ਹਲੇ ਵੀ ਮਨ ਦੇ ਵਿੱਚ ਉਹੀ ਹੈ ਵੀ ਸਮਾਜ ਲਈ ਕੁਝ ਕਰਨਾ ਹੈ, ਉਸੇ ਚੀਜ਼ ਨੂੰ ਲੈ ਕੇ ਕਰਦੇ ਰਹਿੰਦੇ ਆ। ਸਹਿਯੋਗ ਮੈਨੂੰ ਪਤਾ ਬਹੁਤ ਪਸੰਦ ਦੇ ਰਹੇ ਆ। ਔਰ ਜਿੱਦਾਂ ਤੁਸੀਂ ਖੁਦ ਹੀ ਕਿਹਾ ਕਿ ਥੋੜੀ ਕੈਂਸਰ ਦੀ ਵੀ ਜਿੱਦਾਂ ਤੁਹਾਨੂੰ ਹੈਗੀ ਆ ਪ੍ਰੋਬਲਮ, ਤੇ ਫਿਰ ਉਹਦੇ ਵਿੱਚ ਸਿਹਤ ਜਿਹੜੀ ਆ ਕਾਫੀ ਟਾਈਮ ਆਪਣੀ ਡਾਊਨ ਵੀ ਬਹੁਤ ਹੋ ਜਾਂਦੀ ਆ ਤੇ ਉਹ ਮੈਂ ਇਹ ਪੁੱਛਣਾ ਚਾਹੁੰਦੀ ਕਿ ਤੁਸੀਂ ਐਨਰਜੀ ਲਿਆਉਂਦੇ ਕਿੱਥੋਂ ਆ? ਇੰਨਾ ਮੈਂ ਹਰ ਟਾਈਮ ਦੇਖਿਆ ਕਿ ਤੁਸੀਂ ਜਿਹੜੀ ਔਨ ਦਾ ਗੋ ਹੁੰਦੇ ਆ ਤੇ ਐਨਰਜੀ ਕਿੱਥੋਂ ਤੁਹਾਡੇ ਕੋਲ? ਇਹ ਖੁਦ ਨੂੰ ਵੀ ਨਹੀਂ ਪਤਾ ਚੱਲਦਾ ਜੀ। ਐਕਚੁਅਲੀ ਕੀ ਹੈ, ਕਈ ਵਾਰ 3-3 4-4 ਦਿਨ ਹੋ ਜਾਂਦੇ ਆ ਕੁਝ ਖਾਧੇ ਹੋਏ, ਕਿਉਂਕਿ ਭੁੱਖ ਨਹੀਂ ਲੱਗਦੀ ਆ, ਲੀਵਰ ਡੈਮੇਜ ਦਾ, ਕੁਝ ਲਿਕੁਇਡ ਇਨਟੇਕ ਹੁੰਦਾ ਔਰ ਉਹਦੇ ਨਾਲ ਚੱਲਦਾ ਰਹਿੰਦਾ। ਪਰ ਅਗਰ ਕੋਈ ਵੀ ਅਪੀਲ ਸਾਨੂੰ ਪੈ ਜਾਂਦੀ ਹੈ, ਤੁਸੀਂ ਸਮਝ ਸਕਦੇ ਹੋ, ਦੇਖਿਆ ਵੀ ਹੋਏਗਾ ਕਿ ਕਾਫੀ ਜਗ੍ਹਾ ਤੋਂ ਸਾਨੂੰ ਕਾਲਸ ਆਉਂਦੀਆਂ, ਕੋਈ ਪੇਸ਼ੈਂਟ ਹੁੰਦਾ ਔਰ ਜਦੋਂ ਉਸ ਪਰਸਨ ਨੂੰ ਕੰਪੇਅਰ ਕਰੀਦਾ ਆਪਣੇ ਹਿਸਾਬ ਨਾਲ ਤਾਂ ਉਹਦਾ ਦੁੱਖ ਜ਼ਿਆਦਾ ਵੱਡਾ ਲੱਗਦਾ। ਠੀਕ ਹੈ। ਤੇ ਕਦੇ ਇੱਦਾਂ ਵੀ ਹੁੰਦੀ ਆ ਕਿ ਦਿਮਾਗ ਦੇ ਵਿੱਚ ਕਿ ਮੇਰੀ ਆਪਣੀ ਸਿਹਤ ਤਾਂ ਠੀਕ ਹੈ ਨਹੀਂ ਤੇ ਮੈਂ ਲੋਕ ਸੇਵਾ ਕੀ ਕਰਨੀ, ਕਦੇ ਦਿਮਾਗ 'ਚ ਆਉਂਦਾ ਹੈ ਤਾਂ? ਨਹੀਂ ਜੀ, ਹਾਲੇ ਤੱਕ ਤਾਂ ਕਦੇ ਇੱਦਾਂ ਦਾ ਨਹੀਂ ਆਇਆ। ਠੀਕ ਹੈ।
ਤੇ ਦੂਸਰਾ ਕੁਐਸਚਨ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿੱਦਾਂ ਹੁਣ ਰੀਸੈਂਟਲੀ ਜਿਹੜੀ ਹੈਗੀ ਆ ਲੋਕਡਾਊਨ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜੀਆਂ NGO ਸੀਗੀਆਂ, ਉਹਨਾਂ ਦਾ ਜੋ ਹੱਲਾ ਗੁੱਲਾ ਚੱਲ ਰਿਹਾ ਸੀਗਾ ਤੇ ਉਹਨਾਂ ਨੂੰ ਲੈ ਕੇ ਤੁਹਾਡੀ ਜਿਹੜੀ NGO ਉਪਕਾਰ ਫਾਊਂਡੇਸ਼ਨ ਤੇ ਉਹਨਾਂ ਦੀ ਕੋਈ ਡੀ ਇਫੈਕਟ ਪਈ ਹੈ, ਜਿੱਦਾਂ ਕਿ ਤੁਹਾਨੂੰ ਜਿਹੜੀ ਹੈਗੀ ਆ ਫੰਡਿੰਗ ਦੀ ਪ੍ਰੋਬਲਮ ਆਉਣ ਲੱਗੀ ਕਿ ਲੋਕੀ ਤੁਹਾਨੂੰ ਜਿਹੜੀ ਹੈਲਪ ਕਰਨ ਨੂੰ ਘਟ ਗਏ ਹੋਣ? ਨਹੀਂ ਦੇਖੋ ਜੀ, ਅਸੀਂ ਤਾਂ ਕੰਟਰੀਬਿਊਸ਼ਨ ਤੇ ਹੀ ਸ਼ੁਰੂ ਤੋਂ ਕੰਮ ਕੀਤਾ। ਅਸੀਂ ਫੰਡਿੰਗ ਬਾਹਰੋਂ ਕਦੇ ਨਹੀਂ ਲਈ। ਠੀਕ ਹੈ। ਸਿਰਫ ਕੰਟਰੀਬਿਊਸ਼ਨ ਜਿਹੜੇ ਸਾਡੇ ਆਪਣੇ ਮੈਂਬਰਸ ਹੈ ਉਹੀ ਆਪਣੇ ਵੱਲੋਂ ਕੰਟਰੀਬਿਊਟ ਕਰਦੇ ਆ। ਠੀਕ ਹੈ। ਬਾਹਰੋਂ ਫੰਡਿੰਗ ਦੀ ਸਾਨੂੰ ਕੋਈ ਇੰਨੀ ਸਾਡੀ ਦਿੱਕਤ ਨਹੀਂ, ਨਾ ਤਾਂ ਅਸੀਂ ਪਹਿਲਾਂ ਕਿਸੇ ਤੋਂ ਫੰਡ ਲੈਂਦੇ ਸੀ ਤੇ ਨਾ ਹੀ ਅੱਗੇ ਲਵਾਂਗੇ। ਸਿਰਫ ਅਸੀਂ ਆਪਣਾ ਕੰਟਰੀਬਿਊਸ਼ਨ ਦਿੰਦੇ ਆ, ਉਹੀ ਕੰਟਰੀਬਿਊਸ਼ਨ ਸਾਡਾ ਚੱਲਦਾ ਰਹੇਗਾ। ਠੀਕ ਹੈ। ਤੇ ਜਿਹੜੇ ਮੈਂਬਰਸ ਹੈਗੇ ਆ ਤੁਹਾਡੇ, ਉਹ ਖੁਦ ਰੈਗੂਲਰਲੀ ਪਾਉਂਦੇ ਆ ਜਾਂ ਕੋਈ ਫੀਸ ਰੱਖੀ ਹੋਈ ਆ ਤੁਸੀਂ ਜੁਆਇਨ ਕਰਨ ਵਾਸਤੇ, ਜਾਂ ਕਿੱਦਾਂ ਫਿਰ ਉਸ ਨੂੰ ਤੁਸੀਂ? ਨਹੀਂ, ਸਾਡੀ ਜਿਹੜੀ ਜੁਆਇਨਿੰਗ ਹੈ ਜੀ ਫ੍ਰੀ ਆਫ ਕਾਸਟ ਹੈ। ਠੀਕ ਹੈ। ਔਰ ਅਸੀਂ ਜਦੋਂ ਵੀ ਕੋਈ ਪਰਸਨ ਆਉਂਦਾ ਹੈ ਤਾਂ ਅਸੀਂ ਸਿਰਫ ਉਹਨੂੰ ਇਹ ਗੱਲ ਕਹੀਦੀ ਵੀ ਜਦੋਂ ਵੀ ਕੋਈ ਈਵੈਂਟ ਹੋਏਗਾ, ਕੋਈ ਪੇਸ਼ੈਂਟ ਬਿਮਾਰ ਹੈ, ਕੋਈ ਇਦਾਂ ਦੀ ਸਾਨੂੰ ਜ਼ਰੂਰਤ ਪੈਗੀ, ਅਸੀਂ ਆਪਣੇ ਗਰੁੱਪਸ ਦੇ ਵਿੱਚ ਮੈਸੇਜ ਪਾਵਾਂਗੇ ਔਰ ਉਸ ਗਰੁੱਪ ਤੋਂ ਹੀ ਜੋ ਸਾਨੂੰ ਕੰਟਰੀਬਿਊਟ ਸ਼ੁਰੂ ਹੋ ਜਾਂਦਾ। ਠੀਕ ਹੈ। ਤੇ ਅੱਜ ਤੱਕ ਤੁਸੀਂ ਕਿੰਨੇ ਕੁ ਜਿਹੜੇ ਹੈਗੇ ਆ ਪੇਸ਼ੈਂਟ ਦੀ ਆਪਾਂ ਕਹਿ ਲਈਏ ਕਿ ਜੇ ਬੱਚਿਆਂ ਦੀ ਤੁਸੀਂ ਹੈਲਪ ਕਰ ਚੁੱਕੇ ਆ? ਕਾਫੀ ਹੈ ਜੀ। ਰੀਸੈਂਟ ਹੁਣ ਵੀ ਮੇਰੇ ਕੋਲ 4 ਬੱਚੇ ਇਦਾਂ ਦੇ ਆ ਜਿਹੜੇ ਡਾਇਲਿਸਿਸ ਤੇ ਚੱਲ ਰਹੇ, ਕਾਫੀ ਸੀਰੀਅਸ ਹੈ। ਔਰ ਬਾਕੀ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਸੀਗੇ। ਪੈਂਡੈਮਿਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੱਦਾਂ ਸੀ, ਕਿਉਂਕਿ ਪੈਂਡੈਮਿਕ ਦੇ ਵਿੱਚ ਜੋ ਸਾਡੇ ਆਪਣੇ ਵੀ ਪਰਸਨ ਸੀ, ਜੋ ਸਾਡੇ ਆਪਣੇ ਮੈਂਬਰ ਸੀ, ਉਹ ਵੀ ਕੰਟਰੀਬਿਊਟ ਨਹੀਂ ਕਰ ਸਕੇ ਕਿਉਂਕਿ ਸਭ ਦੇ ਕੰਮ ਖਤਮ ਬੰਦ ਸੀਗੇ। ਪਰ ਅਗਰ ਅਸੀਂ ਉਹਨਾਂ ਪੇਸ਼ੈਂਟਸ ਨੂੰ ਛੱਡ ਦਿੰਦੇ ਤਾਂ ਜੋ ਸਾਡਾ ਏਮ ਸੀ ਪੁਕਾਰ, ਉਹ ਸਾਡਾ ਖਤਮ ਹੋ ਜਾਂਦਾ। ਪਰ ਅਸੀਂ ਲੱਗੇ ਰਹੇ, ਸਹਿਯੋਗ ਦਿੱਤਾ। ਉਹਦੇ ਵਿੱਚ ਅਰਸ਼ ਚੈਨਲ ਵੱਲੋਂ ਵੀ ਸਾਨੂੰ ਬਹੁਤ ਸਹਿਯੋਗ ਮਿਲਿਆ ਸ਼ੁਰੂ ਤੋਂ, ਤੇ ਹੋਰ ਵੀ ਪਾਸੇ ਤੋਂ ਸਾਨੂੰ ਸਹਿਯੋਗ ਜਿਹੜਾ ਉਹ ਰੈਗੂਲਰ ਚੱਲਦਾ ਰਿਹਾ। ਤੇ ਹੁਣ ਗੱਲ ਤੁਸੀਂ ਕੀਤੀ ਹੈ ਕਿ ਕੋਵਿਡ-19 ਦੀ ਜੋ ਇਹ ਮਹਾਮਾਰੀ ਚੱਲੀ ਆ ਉਹਦੇ ਬਾਰੇ, ਤੇ ਉਹ ਟਾਈਮ ਦੇ ਵਿੱਚ ਕਿੱਦਾਂ ਦੀਆਂ ਤੁਸੀਂ ਹੈਲਪਸ ਕੀਤੀਆਂ ਤੇ ਕੀ ਡਿਫਿਕਲਟੀਜ਼ ਤੁਹਾਨੂੰ ਉਸ ਟਾਈਮ ਦੇ ਵਿੱਚ ਆਈਆਂ? ਕਿਉਂਕਿ ਉਹਦੇ ਵਿੱਚ ਬਹੁਤ ਹੀ ਡਰ ਸੀਗਾ ਕਿ ਜੇ ਤੁਸੀਂ ਸਪੈਸ਼ਲੀ ਹੁਣ ਤੁਹਾਡੀ ਆਪਣੀ ਖੁਦ ਦੀ ਹੈਲਥ ਵੀ ਠੀਕ ਨਹੀਂ ਹੈਗੀ ਤੇ ਬਹੁਤ ਉਹ ਇਨਸਪੈਕਸ਼ਨ ਜਿਹੜੀ ਹੈਗੀ ਕੱਚ ਕਰਨ ਦੀ ਹੁੰਦੀ ਆ, ਤੇ ਉਹਦੇ ਵਿੱਚ ਤੁਸੀਂ ਕਿੱਦਾਂ ਕੋਪ ਕੀਤਾ ਤੇ ਕੀ ਡਿਫਿਕਲਟੀਜ਼ ਤੁਹਾਨੂੰ ਆਈਆਂ? ਅਸੀਂ ਇੱਕ ਤਾਂ 1.5 ਮਹੀਨੇ ਦਾ ਅਸੀਂ ਕੰਟੀਨਿਊ ਇੱਕ ਬਲੱਡ ਡੋਨੇਸ਼ਨ ਕੈਂਪੇਨ ਚਲਾਈ ਸੀਗੀ, ਜਿਹੜੀ ਅਸੀਂ ਸਟਾਰਟ ਕੀਤੀ ਸੀ 4 ਹਸਪੀਟਲ ਤੋਂ, ਜਿਨ੍ਹਾਂ ਵਿੱਚ ਸਿਵਲ ਹਸਪੀਟਲ ਫਤਿਹਗੜ੍ਹ ਸਾਹਿਬ, ਮੈਕਸ ਹਸਪੀਟਲ ਤੇ ਗੁਰੂ ਹਰਕ੍ਰਿਸ਼ਨ ਮਲਟੀ ਸਪੈਸ਼ਲਿਟੀ ਹਸਪੀਟਲ ਸਾਡਾ ਸੋਹਾਣਾ, ਤੇ ਇੱਕ ਸੀਗਾ ਨਵਾਂ ਸ਼ਹਿਰ। ਇਹਨਾਂ 4 ਹਸਪੀਟਲ ਤੋਂ ਸ਼ੁਰੂਆਤ ਕੀਤੀ ਸੀ ਅਸੀਂ, ਤੇ 9 ਹਸਪੀਟਲ ਅਸੀਂ ਲੈ ਗਏ ਸੀ। ਉਹਦੇ ਵਿੱਚ ਸ਼ੁਰੂਆਤ ਅਸੀਂ ਇਸ ਕਰਕੇ ਸੀ ਵੀ ਅਸੀਂ ਹਰ ਹਸਪੀਟਲ ਦੇ ਵਿੱਚ 4 ਅਸੀਂ ਡੋਨਰ ਭੇਜਣੇ ਆ। ਪਰ ਹੌਲੀ ਹੌਲੀ ਵੱਧਦੇ ਫਿਰ ਅਸੀਂ ਉਹ ਕੈਂਪਸ ਲੈ ਲਏ ਸੀ। ਕੈਂਪ ਚੱਲੇ ਆ ਤੇ ਉਹ ਰੈਗੂਲਰ ਸਾਡੇ ਚੱਲਦੇ ਰਹੇ 1.5 ਮਹੀਨਾ, ਤੇ ਉਸ ਤੋਂ ਬਾਅਦ ਅਸੀਂ ਵੱਡੇ ਕੈਂਪ 2 ਹੋਰ ਲਗਾਏ ਸੀ। ਤੇ ਉਹਨਾਂ ਤੋਂ ਬਾਅਦ ਮੈਡੀਕਲ ਕੈਂਪ ਸਾਡੇ ਚੱਲੇ ਆ ਉਸ ਪੈਂਡੈਮਿਕ ਟਾਈਮ ਦੇ ਵਿੱਚ, ਜਦੋਂ ਸਭ ਮੋਸਟ ਲੋਕ ਘਰ ਬੈਠੇ ਸੀ ਔਰ ਜ਼ਿਆਦਾਤਰ ਜਿਹੜੀ NGO ਸੀ ਉਹ ਸਿਰਫ ਰਾਸ਼ਨ ਦੇ ਦੁਆਲੇ ਹੋਈਆਂ ਸੀ। ਅਸੀਂ ਇਸ ਚੀਜ਼ ਨੂੰ ਲੈ ਕੇ ਅਸੀਂ ਲੋਕਾਂ ਦੇ ਬਚਾਅ ਦੇ ਲਈ, ਕਿਉਂਕਿ ਖਾਸ ਕਰਕੇ ਅਸੀਂ ਹਸਪੀਟਲ ਦੇ ਨਾਲ ਅਟੈਚ ਹੋਣ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਜਿਹੜੇ ਪੇਸ਼ੈਂਟ ਨੂੰ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਜਿਹਨੂੰ ਬਲੱਡ ਦੀ ਰੈਗੂਲਰ ਜ਼ਰੂਰਤ ਆ ਉੱਥੇ ਬਲੱਡ ਹੀ ਚੱਲੇਗਾ, ਤਾਂ ਇਸ ਲਈ ਅਸੀਂ ਬਲੱਡ ਦੀ ਜਿਹੜੀ ਉਹ ਜ਼ਰੂਰਤ ਸੀ ਉਹ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਆ। ਮੈਂ ਨਹੀਂ ਕਹਿੰਦਾ ਵੀ ਅਸੀਂ ਪੂਰੇ ਕਰ ਚੁੱਕੇ ਆ, ਪਰ ਅਸੀਂ ਕੋਸ਼ਿਸ਼ ਕੀਤੀ ਉਸ ਚੀਜ਼ ਦੀ। ਤੇ ਹੁਣ ਜਿੱਦਾਂ ਆਪਾਂ ਉੱਥੇ ਹੀ ਆ ਕਿ ਕੋਵਿਡ-19 ਦੇ ਵਿੱਚ ਦੌਰਾਨ ਦੇ ਕਿਤੇ ਪੇਸ਼ੈਂਟ ਜਿਹੜੇ ਹੈਗੇ ਆ ਤੁਸੀਂ ਜਿਹੜੇ ਉਹਨਾਂ ਦੀ ਹੈਲਪ ਕੀਤੀ ਆ, ਤੇ ਇਦਾਂ ਦਾ ਵੀ ਕੋਈ ਪੇਸ਼ੈਂਟ ਹੋਇਆ ਜਿਹਨੇ ਆਪਣੇ ਜਾਨ ਤੋਂ ਹੱਥ ਧੋ ਲਿਆ ਹੋਣ? ਹਾਂਜੀ ਬਿਲਕੁਲ ਜੀ, ਸਾਡੇ ਕੋਲ 2 ਬੱਚੇ ਇਦਾਂ ਦੇ ਆਏ ਆ। ਦੁੱਖ ਸਾਨੂੰ ਬਹੁਤ ਹੋਇਆ ਉਹਨਾਂ ਦਾ। ਦੋਨੋਂ ਬੱਚੇ ਜਿਹੜੇ ਸੀ ਉਹ ਕਿਡਨੀ ਪੇਸ਼ੈਂਟ ਸੀ। ਇੱਕ ਬੱਚਾ ਪਟਿਆਲੇ ਤੋਂ ਸੀਗਾ ਔਰ ਇੱਕ ਬੱਚਾ ਅੰਮ੍ਰਿਤਸਰ ਤੋਂ ਸੀ। ਔਰ ਦੁੱਖ ਦੀ ਗੱਲ ਇਹ ਆ, ਉਸੇ ਬੱਚਾ ਜਿਹੜਾ ਅੰਮ੍ਰਿਤਸਰ ਤੋਂ ਸੀ, ਜਿਹੜਾ ਹਾਲੇ 2 ਮਹੀਨੇ ਪਹਿਲਾਂ ਪੂਰਾ ਹੋਇਆ, ਉਹਦਾ ਵੱਡਾ ਬ੍ਰਦਰ, ਉਹ 13 ਸਾਲ ਦਾ ਸੀ, ਇਹ 15 ਸਾਲ ਦਾ, ਉਹ ਬੱਚਾ ਵੀ ਮੌਤ ਨਾਲ ਜੂਝ ਰਿਹਾ ਅੰਮ੍ਰਿਤਸਰ ਦੇ ਵਿੱਚ। ਠੀਕ ਹੈ ਜੀ। ਤੇ ਤੁਸੀਂ ਉਹਨੇ ਕਹਿੰਦੇ ਆ ਕਿ ਉਹ ਬੱਚਾ ਜਿਹੜਾ ਹੈਗਾ ਕਿਡਨੀ ਦੀ ਉਹਨੂੰ ਪ੍ਰੋਬਲਮ ਸੀਗੀ ਤੇ ਆਪਣੀ ਮੌਤ ਦੇ ਨਾਲ ਜੂਝ ਰਿਹਾ। ਫਿਰ ਜਿੱਦਾਂ ਹੁਣ ਫੰਡਿੰਗ ਤੁਸੀਂ ਕਹਿੰਦੇ ਆ ਕਿ ਅਸੀਂ ਆਪਣੇ ਮੈਂਬਰਸ ਜਿਹੜੇ ਆ ਉਹਨਾਂ ਤੋਂ ਹੀ ਅਸੀਂ ਲੈਂਦੇ ਆ ਤੇ ਬਾਹਰੋਂ ਲੈਂਦੇ ਨਹੀਂ, ਤੇ ਤੁਹਾਨੂੰ ਕਈ ਵਾਰ ਇਦਾਂ ਨਹੀਂ ਲੱਗਦਾ ਹੈਗਾ ਕਿ ਸਾਨੂੰ ਬਾਹਰੋਂ ਵੀ ਡੋਨੇਸ਼ਨ ਜਿਹੜੇ ਹੈਗੇ ਲੈਣੇ ਚਾਹੀਦੇ ਆ? ਕਿਉਂਕਿ ਕਈ ਵਾਰ ਆਪਣੇ ਮੈਂਬਰਸ ਜਿਹੜੇ ਹੁੰਦੇ ਲਿਮਿਟਡ ਹੋਣ ਕਰਕੇ ਤੇ ਸਾਡਾ ਫੰਡ ਜਿਹੜਾ ਹੈਗਾ ਉਹ ਲਿਮਿਟ ਹੋ ਜਾਂਦਾ। ਉਹਦੇ ਵਿੱਚ ਕੁਝ ਕਦੇ ਸੋਚਿਆ ਵੀ ਅਸੀਂ ਉਹ ਕੀ ਉਹਦੇ ਬਾਰੇ ਕਰ ਸਕਦੇ ਕਿ ਸਾਨੂੰ ਈਜ਼ਲੀ ਜਿਹੜਾ ਹੈਗਾ ਫੰਡ ਅਸੀਂ ਇਕੱਠਾ ਕਰ ਸਕੀਏ? ਸਾਡਾ ਇਦਾਂ ਜੀ, ਅਸੀਂ ਜ਼ਿਆਦਾਤਰ ਤਾਂ ਕੋਸ਼ਿਸ਼ ਕਰੀਦੀ ਹੈ ਵੀ ਜੋ ਡਾਇਰੈਕਟ ਪੇਸ਼ੈਂਟ ਨੂੰ ਜਾਂ ਉਹਦੇ ਅਕਾਊਂਟ ਦੇ ਵਿੱਚ ਜਿਹੜਾ ਕੋਈ ਵੀ ਪਰਸਨ ਹੈਲਪ ਕਰਦਾ ਉਹਦੇ ਅਕਾਊਂਟ 'ਚ ਪਾਏ, ਕਿਉਂਕਿ ਬਕਾਇਦਾ ਅਸੀਂ ਉਸ ਪਰਸਨ ਦਾ ਨੰਬਰ, ਉਹਦਾ ਅਕਾਊਂਟ ਨੰਬਰ ਤੇ ਉਹਦੀ ਕੀ ਰਿਕੁਆਇਰਮੈਂਟ ਹੈ, ਕਿਹੜੇ ਹਸਪਤਾਲ 'ਚ ਐਡਮਿਟ ਹੈ, ਉਹ ਚੀਜ਼ ਅਸੀਂ ਮੈਂਸ਼ਨ ਕਰਕੇ ਹੀ ਚੱਲਦੇ ਹਾਂ। ਨਹੀਂ, ਉਹ ਤਾਂ ਮੈਂ ਮੰਨਦੀ ਹਾਂ ਕਿ ਮੈਂਸ਼ਨ ਕਰਦੇ ਆ, ਬਟ ਫਿਰ ਵੀ ਕਈ ਵਾਰ ਹੁੰਦਾ ਕਿ ਆਪਣੇ ਕੋਲ ਉਹ ਜਿਹੜੀ ਉਹਨਾਂ ਨੂੰ ਹੈਲਪ ਹੈਗੀ ਔਨ ਦਾ ਟਾਈਮ ਨਹੀਂ ਮਿਲ ਸਕਦੀ,
ਤੇ ਕੀ ਇਦਾਂ ਦੇ ਤੁਸੀਂ ਸੋਰਸਿਸ ਗਾਹਾਂ ਫਿਊਚਰ ਦੇ ਵਿੱਚ ਅਪਣਾਉਣਾ ਚਾਹੁੰਦੇ ਜਿਹਦੇ ਨਾਲ ਜਿਹੜੀ ਉਹ ਫੰਡ ਤੁਹਾਨੂੰ ਉਹ ਅਵੇਲੇਬਲ ਈਜ਼ੀਲੀ ਹੋ ਸਕੇ ਕਿ ਜਿਹੜੇ ਲੋਕ ਹੈ ਕਿ ਤੁਹਾਡੇ ਨਾਲ ਵੱਧ ਤੋਂ ਵੱਧ ਜੁੜ ਸਕਣ? ਬਿਲਕੁਲ ਜੀ, ਕੋਸ਼ਿਸ਼ ਕਰ ਰਹੇ ਹਾਂ ਅੱਗੇ ਤੋਂ, ਪਰ ਕੁਝ ਸਾਡੇ ਕਲੋਜ਼ਡ ਗਰੁੱਪ ਹੈ, ਸ਼ਾਇਦ ਤੁਸੀਂ ਵੀ ਗਰੁੱਪ ਦੇ ਵਿੱਚ ਦੇਖਿਆ ਹੋਏਗਾ ਕਦੇ, ਕਿਉਂਕਿ ਉਹ ਅਸੀਂ ਕਲੋਜ਼ ਗਰੁੱਪ ਉਹਨਾਂ ਆਫੀਸਰਸ ਦਾ, ਉਹਨਾਂ ਮੰਤਰੀਜ਼ ਦਾ, ਔਰ ਉਹਦੇ ਵਿੱਚ ਕਾਫੀ ਮਤਲਬ ਪ੍ਰੋਫੈਸ਼ਨਲ ਹੈ, ਕਾਫੀ ਵੱਡੇ ਪਰਸਨ ਆ, ਔਰ ਉਹਨਾਂ ਨੂੰ ਅਸੀਂ ਜ਼ਰੂਰ ਉਹਦੇ ਵਿੱਚ ਰੱਖਿਆ ਹੋਇਆ। ਇਹ ਰਿਕੁਆਇਰਮੈਂਟ ਅਸੀਂ ਉਸ ਗਰੁੱਪ ਦੇ ਵਿੱਚ ਵੀ ਪਾਈ ਦੀ ਆ। ਅਗਰ ਉਸ ਜਿਸ ਏਰੀਏ ਤੋਂ ਆਫੀਸਰ ਉਹਦੇ ਵਿੱਚ ਆ, ਕੋਈ SDM ਹੈ ਜਾਂ DC ਹੈ, ਉਹ ਕੋਸ਼ਿਸ਼ ਕਰਦਾ ਵੀ ਉਸ ਏਰੀਏ ਦੇ ਵਿੱਚ ਉਹਦੀ ਹੈਲਪ ਕੀਤੀ ਜਾਏ ਜੋ ਪਰਸਨ ਹੁੰਦਾ ਜੀ। ਤੇ ਦੂਜੀ ਤੁਸੀਂ ਗੱਲ ਕਹੀ ਸੀ ਕਿ ਤੁਸੀਂ ਫੋਕਸ ਕਰਦੇ ਆ ਐਜੂਕੇਸ਼ਨ ਨੂੰ ਜੀ, ਤੇ ਆਪਾਂ ਹੁਣ ਐਜੂਕੇਸ਼ਨ ਦੀ ਗੱਲ ਕਰਦੇ ਹਾਂ COVID-19 ਨੂੰ ਲੈ ਕੇ, ਤੇ ਹੁਣ ਜਿੱਦਾਂ ਕਹਿੰਦੇ ਹੁੰਦੇ ਆ ਉਹਨੇ ਤਾਂ ਕਰੋਨਾ ਨੇ ਤਾਂ ਪੱਠਾ ਹੀ ਬਿਠਾ ਕੇ ਰੱਖ ਦਿੱਤਾ। ਜੀ ਬਿਲਕੁਲ। ਤੇ ਸਟੱਡੀ ਦੇ ਵਿੱਚ ਹੁਣ ਜਿੱਦਾਂ ਕਿੱਦਾਂ ਕਰ ਦਿੰਦੀਆਂ ਬੱਚਿਆਂ ਨੂੰ ਡਿਫਿਕਲਟਸ ਆਉਂਦੀਆਂ ਆ, ਤੇ ਕੀ ਤੁਸੀਂ ਉਹਨਾਂ ਦੀ ਆਨਲਾਈਨ ਸਟੱਡੀ ਦੇ ਵਿੱਚ ਹੈਲਪ ਕਰ ਰਹੇ ਆ? ਕੀ ਪ੍ਰੋਸੈਸ ਹੈ ਕਿ ਇਸ ਬਾਰੇ? ਇਹਦੇ ਵਿੱਚ ਕੀ ਸੀਗਾ ਜੀ, ਜਿਹੜੇ ਆਨਲਾਈਨ ਸਟੱਡੀ ਦਾ ਚੱਲ ਰਿਹਾ ਅੱਜ ਕੱਲ੍ਹ, ਮੈਂ ਇਹਨੂੰ ਫੰਡਾ ਬੋਲੂੰਗਾ ਸਕੂਲਸ ਦਾ, ਕਿਉਂਕਿ ਬੱਚੇ ਸਿੱਖ ਨਹੀਂ ਰਹੇ ਆ ਇਹਦੇ ਵਿੱਚੋਂ। ਇਹਦੇ ਵਿੱਚ ਬਲਕਿ ਬੱਚੇ ਜਿਹੜੇ ਆ ਉਹ ਉਸ ਲੀ ਤੋਂ ਜਾਂ ਉਸ ਬੁੱਕਸ ਤੋਂ ਪਿੱਛੇ ਹਟ ਰਹੇ ਆ, ਕਿਉਂਕਿ ਜੋ ਇੱਕ ਪੁਰਾਣੇ ਸਮੇਂ ਤੋਂ, ਜੋ 8-9 ਸਾਲ ਤੋਂ ਕੋਈ ਬੁੱਕ ਨਾਲ ਅਸੀਂ ਜੋੜਨ ਦੀ ਕੋਸ਼ਿਸ਼ ਕੀਤੀ ਸੀ ਬੱਚਿਆਂ ਨੂੰ, ਉਹ ਇਹਨਾਂ ਦਿਨਾਂ ਵਿੱਚ ਆ ਕੇ ਬੱਚੇ ਉਸ ਬੁੱਕ ਨੂੰ ਛੱਡ ਕੇ ਉਹ ਮੋਬਾਈਲ 'ਤੇ ਆ ਗਏ ਆ। ਔਰ ਜਿਹੜਾ ਇਹ ਸਿਸਟਮ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਐਜੂਕੇਸ਼ਨ ਸਿਸਟਮ ਨੂੰ ਖਤਮ ਕਰ ਦੇਗਾ। ਔਰ ਮੈਂ ਨਹੀਂ ਸੋਚਦਾ ਵੀ ਇਹ ਇੱਕ ਵਧੀਆ ਮੂਵ ਸੀ, ਇਹ ਇੱਕ ਠੀਕ ਮੂਵ ਨਹੀਂ ਆ, ਕਿਉਂਕਿ ਜਿਸ ਚੀਜ਼ ਤੋਂ ਅਸੀਂ, ਜਿਸ ਏਜ ਵਿੱਚ ਬੱਚੇ ਨੂੰ ਜਿਸ ਚੀਜ਼ ਤੋਂ ਬਚਾਉਣਾ ਸੀ, ਅਸੀਂ ਉਹਦੇ ਖੁਦ ਹੱਥ ਵਿੱਚ ਦੇਤੀ ਆ। ਤੇ ਆਨਲਾਈਨ ਸਟੱਡੀ ਦੇ ਵਿੱਚ ਆਪਾਂ ਨੂੰ ਵੀ ਪਤਾ ਕਿ ਆਮ ਜਿਹੜੇ ਹੈਗੇ ਆ ਮੋਬਾਈਲ ਫੋਨ ਸੀ ਘਰਾਂ ਦੇ ਵਿੱਚ ਹੁੰਦੇ ਆ, ਲੈਪਟਾਪ ਜਿਹੜੇ ਹੈਗੇ ਆ ਬਹੁਤ ਹੀ ਘੱਟ ਹੈ ਜੀ। ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜਾ ਕੇ ਅਸੀਂ ਬੱਚਿਆਂ ਦੀ ਜਿਹੜੀ ਹੈਲਥ ਹੈ ਕਿ ਸਪੈਸ਼ਲੀ ਆਈਜ਼ ਦੇ ਉੱਪਰ ਬਹੁਤ ਹੀ ਡੂੰਘਾ ਜਿਹੜਾ ਅਸਰ, ਬੈਡ ਅਸਰ ਪਾ ਰਹੇ ਆ? ਕਿਉਂਕਿ ਅੱਖਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਵਿੱਚ ਸਾਰਾ ਦਿਨ ਗੱਡੇ ਰਹਿਣ ਦੇ ਨਾਲ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਸਰ ਜ਼ਰੂਰ ਪੈਂਦਾ ਹੋਊਗਾ, ਤੇ ਇਹਨਾਂ ਬਾਰੇ ਤੁਸੀਂ ਕੁਝ ਆਵਾਜ਼ ਉਠਾ ਰਹੇ ਆ ਕਿ ਨਹੀਂ? ਬਿਲਕੁਲ ਜੀ, ਅਸੀਂ ਤਾਂ ਪਹਿਲਾਂ ਵੀ ਕਿਹਾ ਸੀਗਾ, ਅਸੀਂ ਕਿਹਾ ਸੀ ਵੀ ਇਸ ਜਿਹੜੇ ਈਅਰ ਆ ਇਹਨੂੰ ਬਲੈਂਕ ਈਅਰ ਦਾ ਨਾਮ ਤੁਸੀਂ ਦੇ ਦਿਓ, ਕਿਉਂਕਿ ਜਦੋਂ ਤੱਕ ਤੁਸੀਂ 10% ਸਿਲੇਬਸ ਤੋਂ ਹੀ ਬੱਚਿਆਂ ਨੂੰ ਪਾਸ ਕਰਨਾ, 100% ਸਿਲੇਬਸ ਤੁਸੀਂ ਕਵਰ ਨਹੀਂ ਕਰ ਸਕਦੇ ਇਸ ਪੂਰੇ ਸਾਲ ਦੇ ਵਿੱਚ। ਅਗਰ 10% ਸਿਲੇਬਸ ਤੁਸੀਂ ਕਵਰ ਕਰਨਾ ਤਾਂ 10% ਦੇ ਅਕੋਰਡਿੰਗ ਹੀ ਤੁਸੀਂ ਚੱਲੋ। ਔਰ ਸਕੂਲਾਂ ਨੂੰ ਵੀ ਕਿਹਾ ਸੀ, ਸਕੂਲ ਸਿਰਫ ਆਪਣੇ ਫੀਸ ਦੇ ਜਾਂ ਉਹਨਾਂ ਆਪਣੇ ਖਰਚਿਆਂ ਤੇ ਚੱਲ ਰਹੇ ਸੀ, ਜ਼ਰੂਰਤ ਉਹਨਾਂ ਦੀ ਵੀ, ਚਲੋ ਅਸੀਂ ਇਸ ਚੀਜ਼ ਨੂੰ ਡਿਨਾਈ ਨਹੀਂ ਕਰਦੇ, ਪਰ ਇੱਥੇ ਬੱਚਿਆਂ ਦੀ ਸਿਹਤ ਜਿਹੜੀ ਆ ਉਹ ਜ਼ਿਆਦਾ ਮਾਇਨੇ ਰੱਖਦੀ ਆ। ਇਸੀ ਬੱਚਿਆਂ ਦੀ ਸਿਹਤ ਕਰਕੇ ਹੀ ਅਸੀਂ ਸਕੂਲ ਨੂੰ ਪਹਿਲਾਂ ਵੀ ਕਿਹਾ ਸੀ ਵੀ ਸਿਰਫ ਤੁਸੀਂ 10% ਸਿਲੇਬਸ ਦਾ ਇੱਕ ਸਿਸਟਮ ਰੱਖੋ ਔਰ 10% ਦੇ ਅਕੋਰਡਿੰਗ ਹੀ ਤੁਸੀਂ ਅੱਗੇ ਹੋ ਚਲੋ, ਵਧੋ ਤਾਂ ਤੁਹਾਡਾ ਸਾਲ ਕਵਰ ਹੋ ਜਾਏਗਾ। ਤੇ ਤੁਸੀਂ ਕਿਹੜੀ ਏਜ ਦੇ ਬੱਚਿਆਂ ਨੂੰ ਜ਼ਿਆਦਾ ਸਪੋਰਟ ਕਰਦੇ ਆ ਤੁਹਾਡੀ ਫਾਊਂਡੇਸ਼ਨ ਵੱਲੋਂ? ਫਾਊਂਡੇਸ਼ਨ ਵੱਲੋਂ ਤਾਂ ਜੀ ਅਸੀਂ ਜੋ ਮੇਰਾ ਇੱਕ ਇੰਸਟੀਚਿਊਟ ਹੈ ਸਿਵਲ ਦਾ, ISPCS ਦਾ, ਉਹਦੇ ਵਿੱਚ ਬੱਚਿਆਂ ਨੂੰ ਕਿਹਾ ਸੀ ਵੀ ਅਗਰ ਆਨਲਾਈਨ ਦੀ ਗੱਲ ਹੈ ਤਾਂ ਮੈਂ ਜਿਹੜੀ ਨੈਕਸਟ ਅਪਕਮਿੰਗ ਐਗਜ਼ਾਮ ਹੈ ਉਹਦੇ ਲਈ ਮੇਰੀ ਫਾਊਂਡੇਸ਼ਨ ਵੱਲੋਂ ਜਾਂ ਮੇਰੇ ਵੱਲੋਂ ਖਾਸ ਕਰਕੇ, ਤੇ ਮੈਂ ਉਹਨਾਂ ਨੂੰ ਫ੍ਰੀ ਆਫ ਕਾਸਟ ਜਿਹੜੀ ਵੀ ਕੋਈ ਕੋਚਿੰਗ ਕੋਈ ਲੈਣਾ ਚਾਹੁੰਦਾ ਆਨਲਾਈਨ, ਅਸੀਂ ਦੇਣ ਨੂੰ ਤਿਆਰ ਆ, ਰੈਡੀ ਹਾਂ ਅਸੀਂ ਉਹਦੇ ਲਈ ਜੀ। ਇਹ ਮੈਂ ਪੁੱਛਦੀ ਹਾਂ ਕਿ ਕਿਹੜੀ ਏਜ, ਕਿੰਨੀ ਏਜ ਤੋਂ ਸਟਾਰਟ ਲੈ ਕੇ ਤੇ ਕਿੰਨੀ ਏਜ ਤੱਕ ਜਿਹੜੀ ਹੈ ਕਿ ਤੁਸੀਂ ਹੈਲਪ ਕਰਦੇ ਤੁਹਾਡੇ? ਫਿਲਹਾਲ ਤਾਂ ਅਸੀਂ ਸਿਵਲ ਵਾਲਿਆਂ ਦੀ ਕਰ ਰਹੀ ਸੀ ਜਿਹੜੇ ਅਪ ਟੂ ਗ੍ਰੈਜੂਏਸ਼ਨ ਹੈ, ਠੀਕ ਹੈ, ਪਰ ਛੋਟੇ ਬੱਚਿਆਂ ਲਈ ਵੀ ਅਸੀਂ ਇੱਕ ਸਟਾਰਟਿੰਗ ਦੇ ਵਿੱਚ ਕੀਤਾ ਸੀਗਾ, ਸਰਕਾਰ ਨੂੰ ਅਸੀਂ ਰਿਕਮੈਂਡੇਸ਼ਨ ਵੀ ਭੇਜੀ ਸੀ ਵੀ ਅਗਰ ਸਕੂਲ ਆਨਲਾਈਨ ਐਜੂਕੇਸ਼ਨ ਦੇ ਨਾਮ ਤੇ ਅਗਰ ਕਿਸੇ ਪੇਰੈਂਟ ਤੋਂ ਫੀਸ ਲੈ ਰਹੇ ਆ ਜਾਂ ਉਹਦੇ ਲਈ ਪ੍ਰੈਸ਼ਰ ਪਾ ਰਹੇ ਆ, ਅਸੀਂ ਸਾਡੀ ਟੀਮਸ ਜਿਹੜੀਆਂ ਉਹ ਐਜੂਕੇਸ਼ਨ ਦੇਣ ਨੂੰ ਰੈਡੀ ਆ। ਉਹ ਸਿਲੇਬਸ ਇੱਕ ਸਿੰਗਲ ਸਿਲੇਬਸ ਕੀਤਾ ਜਾਏ। ਅਗਰ ਪੰਜਾਬ ਆ ਤਾਂ ਪੰਜਾਬ ਐਜੂਕੇਸ਼ਨ ਬੋਰਡ ਦਾ ਜੋ ਸਿਲੇਬਸ ਆ ਉਹ ਲਿਆ ਜਾਏ, ਅਗਰ ਸੈਂਟਰ ਦਾ ਤਾਂ NCERT ਲੈ ਲਿਆ ਜਾਏ। ਉਸੀ NCERT ਨੂੰ ਹਰ ਇੱਕ ਪਰਸਨ ਜਿਹੜਾ ਉਹ ਹਰ ਇੱਕ ਟੀਚਰ ਪੜ੍ਹਾ ਸਕਦਾ, ਔਰ ਸਪੈਸੀਫਿਕ ਜਿਹੜੀਆਂ ਬੁੱਕਸ ਪ੍ਰਸਕ੍ਰਾਈਬ ਕੀਤੀਆਂ ਜਾਂਦੀਆਂ ਸਕੂਲਾਂ ਵੱਲੋਂ ਉਹਨਾਂ ਨੂੰ ਬੰਦ ਕੀਤਾ ਜਾਏ, ਔਰ ਇੱਕ ਐਜੂਕੇਸ਼ਨ ਹੋਏ ਤਾਂ ਸਾਰਾ ਕੋਈ ਵੀ ਪਰਸਨ ਕਿਸੇ ਨੂੰ ਵੀ ਐਜੂਕੇਸ਼ਨ ਦੇ ਸਕਦਾ ਜੀ। ਤੇ ਦੂਸਰਾ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੈਂ ਕਿਉਂਕਿ ਤੁਹਾਨੂੰ ਕਵਰ ਵੀ ਮੈਂ ਥੋੜਾ ਬਹੁਤਾ ਕਰਦੀ ਰਹੀ ਹਾਂ ਜੀ, ਤੇ ਤੁਸੀਂ ਜਿਹੜੇ ਇੱਕ ਹੱਲਾਸ਼ੇਰੀ ਦਿੱਤੀ ਸੀ ਡਾਕਟਰਸ ਨੂੰ ਤੇ ਪੁਲਿਸ ਡਿਪਾਰਟਮੈਂਟਸ ਵਾਲਿਆਂ ਨੂੰ ਜੀ, ਉਹਦੇ ਬਾਰੇ ਵੀ ਥੋੜਾ ਸਾਡੇ ਦੋਸਤਾਂ ਨੂੰ ਜਾਣਨਾ ਪਾਵੋ ਕਿ ਕੀ ਤੁਸੀਂ ਉਹਨਾਂ ਨੂੰ ਹੱਲਾਸ਼ੇਰੀਆਂ ਦਿੱਤੀਆਂ ਇਸੇ COVID-19 ਦੇ ਵਿੱਚ? ਇਹਦੇ ਵਿੱਚ ਕੀ ਸੀਗਾ ਜੀ, ਸਭ ਤੋਂ ਜ਼ਿਆਦਾ ਜਿਹੜੇ ਕੰਟੈਕਟ ਦੇ ਵਿੱਚ ਆਏ ਆ ਕਰੋਨਾ ਪੇਸ਼ੈਂਟ ਦੇ, ਉਹ 2 ਡਿਪਾਰਟਮੈਂਟ ਸੀਗੇ। ਇੱਕ ਦੀ ਸੀ ਪ੍ਰੋਟੈਕਟ ਕਰਨ ਦੀ, ਦੂਜੇ ਦੀ ਸੀਗੀ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਇੱਕ ਰਾਸਤਾ ਦੇਣ ਦੀ। ਔਰ ਸਾਡੇ ਹੈਲਥ ਡਿਪਾਰਟਮੈਂਟ ਔਰ ਪੁਲਿਸ ਡਿਪਾਰਟਮੈਂਟ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ। ਔਰ ਇਹੀ 2 ਇੱਦਾਂ ਦੇ ਪਰਸਨ ਹੋਏ ਆ ਜਾਂ 2 ਇੱਦਾਂ ਦੇ ਡਿਪਾਰਟਮੈਂਟ ਸੀ ਜਿਹੜੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਇਸ ਚੀਜ਼ ਤੋਂ, ਔਰ ਉਹਨਾਂ ਨੂੰ ਮਾਣ ਦੇਣਾ ਸਾਡਾ ਫਰਜ਼ ਬਣਦਾ ਸੀ।
ਤੇ ਤੁਸੀਂ ਸੋਚ ਸਕਦੇ ਹੋ ਡਾਕਟਰਸ ਐਂਡ ਨਰਸਿਸ ਇਹਨਾਂ ਨੂੰ ਅਸੀਂ ਦੇਖ ਲੈਂਦੇ ਹਾਂ, ਇਹਨਾਂ ਨੇ ਬਹੁਤ ਕੰਮ ਕੀਤਾ ਪੈਂਡੈਮਿਕ ਦੇ ਵਿੱਚ, ਪਰ ਅਸੀਂ ਉਸ ਪਰਸਨ ਬਾਰੇ ਕਦੇ ਨਹੀਂ ਸੋਚਿਆ ਹੋਏਗਾ ਜਿਹੜਾ ਉਹ ਸੈਂਪਲ ਲੈ ਕੇ ਵੈਨ ਲੈ ਕੇ ਜਾਂਦਾ, ਜਾਂ ਉਹ ਜਿਹੜਾ ਪੂਰੀ ਰਾਤ ਜਾਂ 24 ਘੰਟੇ ਪਰਸਨ ਇਹਨਾਂ ਦਾ ਕੰਪਿਊਟਰ ਤੇ ਡਾਟਾ ਚੜਾਉਂਦਾ, ਜਾਂ ਉਸ ਲੈਬ ਦੇ ਵਿੱਚ ਟੈਸਟ ਕਰ ਰਿਹਾ ਜਿੱਥੇ ਉਹ ਕਰੋਨਾ ਦਾ ਟੈਸਟ ਹੋ ਰਿਹਾ। ਉਹਨਾਂ ਪਰਸਨ ਬਾਰੇ ਅਸੀਂ ਕਿਸੇ ਨੇ ਨਹੀਂ ਸੋਚਿਆ। ਅਸੀਂ ਕੋਸ਼ਿਸ਼ ਕੀਤੀ ਵੀ ਉਹਨਾਂ ਪਰਸਨ ਨੂੰ ਸਨਮਾਨਿਤ ਕੀਤਾ ਜਾਏ, ਤੇ ਜਿੰਨੇ ਵੀ SMO ਸੀ ਸਿਵਲ ਸਰਜਨ ਸੀ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਅਸੀਂ ਇਹਦੇ ਵਿੱਚ ਉਹਨਾਂ ਦਾ ਸਨਮਾਨ ਰੱਖਿਆ। ਪੁਲਿਸ ਡਿਪਾਰਟਮੈਂਟ ਵਿੱਚ ਆਲਮੋਸਟ ਹਰ ਡਿਸਟ੍ਰਿਕਟ ਦੇ ਵਿੱਚ ਜਾ ਕੇ ਅਸੀਂ ਜਿਹੜੇ ਸਾਡੇ ਯੋਧੇ ਸੀ, ਜਿਹੜੇ ਖਾਸ ਕਰਕੇ ਸੜਕਾਂ ਤੇ ਖੜੇ ਰਹੇ, ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਦਿਨਾਂ ਦੇ ਵਿੱਚ, ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਆਪਾਂ ਚੱਲਦੇ ਹਾਂ ਮੁੜ ਕੇ ਫਿਰ ਤੁਹਾਡੀ ਸਿਹਤ ਵੱਲ ਜੀ। ਤੇ ਮੈਂ ਆਪਣੇ ਦਰਸ਼ਕਾਂ ਨੂੰ ਤੁਹਾਡੇ ਕੋਲ ਪੁੱਛਣਾ ਚਾਹੁੰਦੀ ਹਾਂ ਕਿ ਇਹ ਜਰਨੀ ਜਿਹੜੀ ਆ ਜੀ, ਮੈਨੂੰ ਪਤਾ ਕਿ ਬਹੁਤ ਜਿੱਦਾਂ ਹੈਲਥ ਜਦੋਂ ਤੁਹਾਡੀ ਖੁਦ ਹੀ ਨਹੀਂ ਠੀਕ ਹੈਗੀ ਤਾਂ ਇੱਕ ਅਪਹਿਲ ਜਿੱਦਾਂ ਰੋਡ ਆਪਾਂ ਨੂੰ ਦਿਖ ਰਹੀ ਆ, ਤੇ ਤੁਹਾਡੀ ਜਿਹੜੀ ਆਪਣੀ ਸਿਹਤ ਡਾਊਨ ਹੋਣ ਦੇ ਬਾਵਜੂਦ ਉੱਥੇ ਮੈਂ ਪੁੱਛਦੀ ਹਾਂ ਕਿ ਇਹ ਜਜ਼ਬਾ ਜਿਹੜਾ ਹੈਗਾ ਆ ਇਦਾਂ ਹੀ ਕਾਇਮ ਰੱਖੋਗੇ ਤੁਸੀਂ? ਬਿਲਕੁਲ ਜੀ। ਕਿਤੇ ਨਾ ਕਿਤੇ ਉਹੀ ਵੀ ਢੇਰੀ ਢਾਣ ਦਾ ਤਾਂ ਨਹੀਂ ਕਿਤੇ ਹੋ ਜਾਂਦਾ ਕਿ ਹਨ ਯਾਰ ਛੱਡੇ ਦਈਏ ਕਿ ਆਪਾਂ ਇਹਨਾਂ ਖੇੜਿਆਂ ਤੋਂ ਲੈਣਾ, ਆਪਣੀ ਸਿਹਤ ਪਹਿਲਾਂ ਠੀਕ ਕਰੀਏ? ਕਦੇ ਹੁੰਦਾ ਹੈ? ਨਹੀਂ ਜੀ, ਐਦਾਂ ਕੁਝ ਨਹੀਂ ਹੁੰਦਾ। ਇਹ ਬਲਕਿ ਜਜ਼ਬਾ ਵੱਧਦਾ ਜਾ ਰਿਹਾ। ਸ਼ਾਇਦ ਮੈਂ ਚਲੋ ਨੈਗੇਟਿਵ ਵਰਡ ਵੈਸੇ ਬੋਲਣਾ ਨਹੀਂ ਚਾਹੀਦਾ। ਜਦੋਂ ਮੈਨੂੰ ਕੈਂਸਰ ਡਿਟੈਕਟ ਹੋਇਆ, ਉਦੋਂ ਮੈਂ ਜਦੋਂ ਹਸਪੀਟਲ ਗਿਆ ਤੇ ਮੇਰੇ ਬਹੁਤ ਹੀ ਅਜੀਜ਼ ਮੇਰੇ ਦੋਸਤ ਮੇਰੇ ਨਾਲ ਸੀਗੇ, ਤੇ ਅਸੀਂ ਬੈਠੇ ਸੀ ਉੱਥੇ, ਡਾਕਟਰ ਨੇ ਚੈੱਕਅਪ ਕੀਤੇ। ਚਲੋ ਮੈਂ ਤਾਂ ਸਟ੍ਰੈਚਰ ਤੇ ਸੀ, ਤੇ ਉਹਨਾਂ ਨੂੰ ਕਿਹਾ ਵੀ ਇਹ 5 ਦਿਨ ਵੀ ਕੱਢ ਸਕਦਾ, 5 ਮਹੀਨੇ ਵੀ ਕੱਢ ਸਕਦਾ, 5 ਸਾਲ ਵੀ ਕੱਢ ਸਕਦਾ, ਤੇ ਜੇ ਚੰਗਾ ਰਿਹਾ ਤਾਂ 25 ਸਾਲ ਕੱਢ ਜੂਗਾ। ਤੇ ਉੱਥੇ ਫਿਰ ਮਨ 'ਚ ਆਇਆ ਵੀ ਚਲੋ 25 ਸਾਲ ਦਾ ਤਾਂ ਬਹੁਤ ਦੂਰ ਦਾ, ਪਰ ਇਹਨੇ 5 ਦਿਨ ਕਹੇ ਆ ਵੀ ਜਦੋਂ ਅਸੀਂ ਉਹ 5 ਦਿਨ ਅਸੀਂ ਕੱਢ ਲਏ ਆ ਤਾਂ ਹੁਣ ਜਿਹੜਾ ਉਹ ਸਾਡਾ ਪਲੱਸ ਚੱਲ ਰਿਹਾ। ਠੀਕ ਹੈ। ਫਿਰ ਜਦੋਂ ਡਾਕਟਰ ਨੇ ਤੁਹਾਨੂੰ ਦੱਸਿਆ ਸੀਗਾ ਤੇ ਉਦੋਂ ਫਿਰ ਤੁਹਾਡੀ ਫੀਲਿੰਗ ਤੁਹਾਡੇ ਕੀ ਅੰਦਰ ਸੀਗੀਆਂ ਕਿ ਜੇ ਡਾਕਟਰ ਨੇ 5 ਦਿਨ ਕਿਹਾ ਤੇ ਮੈਂ ਇਹਨਾਂ 5 ਦਿਨਾਂ ਵਿੱਚ ਕੀ ਕਰਨਾ? ਕੁਝ ਇਦਾਂ ਦਿਮਾਗ 'ਚ ਆਇਆ ਸੀਗਾ ਕਿ 5 ਦਿਨ ਮੇਰੇ ਲਈ ਲਾਹੇ ਦੇ ਆ? ਉਦੋਂ ਤਾਂ ਚਲੋ ਬੈੱਡ ਤੇ ਸੀਗੇ, ਹਸਪੀਟਲ ਸੀ, PGI ਸੀ, ਉਦੋਂ ਤਾਂ ਕੁਝ ਨਹੀਂ ਕਰ ਸਕੇ, ਪਰ ਜਦ ਤੋਂ ਥੋੜਾ ਉੱਠਣ ਦੀ ਕੋਸ਼ਿਸ਼ ਕੀਤੀ ਫਿਰ ਉਹੀ ਮਨ ਦੇ ਵਿੱਚ ਆ ਗਿਆ ਸੀ ਵੀ ਨਹੀਂ, ਵੀ ਇਹ ਜਿਹੜਾ ਹੁਣ ਦੁਬਾਰਾ ਪਰਮਾਤਮਾ ਨੇ ਇੱਕ ਸਾਨੂੰ ਰਾਸਤਾ ਦਿਖਾਇਆ ਹੈ, ਉਹਦੇ ਲਈ ਹੁਣ ਕੋਸ਼ਿਸ਼ ਕਰਾਂਗੇ ਵੀ ਅਸੀਂ ਵੱਧ ਤੋਂ ਵੱਧ ਅਸੀਂ ਕੰਮ ਕਰ ਸਕੀਏ ਸਮਾਜ ਦੇ ਲਈ। ਠੀਕ ਹੈ। ਤੇ ਦੋਸਤੋ ਦੇਖ ਸਕਦੇ ਹੋ ਤੁਸੀਂ ਕਿ ਇੰਨਾ ਹੌਸਲਾ ਜਿਹੜਾ ਹੈਗਾ ਮੈਨੂੰ ਲੱਗਦਾ ਨਹੀਂ ਆਮ ਇਨਸਾਨ ਦੇ ਵਿੱਚ ਹੋ ਸਕਦਾ ਆ, ਕਿ ਮੈਂ ਤਾਂ ਇਹਨਾਂ ਨੂੰ ਫੋਲੋ ਕਰਦੀ ਆ, ਇਹਨਾਂ ਦੇ ਨਾਲ ਵੀ ਜਾਈਦਾ ਟਾਈਮ ਟੂ ਟਾਈਮ ਜਦੋਂ ਵੀ ਟਾਈਮ ਮਿਲਦਾ ਆ, ਬਟ ਇੰਨਾ ਹੌਸਲਾ ਜਿਹੜਾ ਹੈਗਾ ਆ ਕਿਸੇ ਆਮ ਇਨਸਾਨ ਦੇ ਵਿੱਚ ਨਹੀਂ ਹੈਗਾ। ਖਾਸ ਹੀ ਹੁੰਦੇ ਆ ਜਿਹੜੇ ਜਿਨ੍ਹਾਂ ਦੇ ਵਿੱਚ ਇਹ ਬੁਲੰਦੀਆਂ ਛੋਹਣ ਦਾ, ਆਪਾਂ ਕਹਿ ਲਈਏ ਕਿ ਬੁਲੰਦੀਆਂ ਛੋਹਣੀਆਂ ਕਿ ਸਮਾਜ ਦੀ ਸੇਵਾ ਕਰਨੀ, ਉਹਨਾਂ ਪੀੜਤਾਂ ਤੱਕ ਜਾਣਾ ਆਪਣੀ ਪੀੜ ਨੂੰ ਛੁਪਾ ਕੇ। ਤੇ ਮੈਨੂੰ ਪਤਾ ਕਿ ਕਿੰਨਾ ਤੁਸੀਂ ਅਸੀਂ ਖੁਦ ਵੀ ਤੁਹਾਨੂੰ ਕਹਿੰਦੇ ਸੀਗੇ ਕਿ ਆਪਣੀ ਪਹਿਲਾਂ ਸਿਹਤ ਦਾ ਖਿਆਲ ਰੱਖੋ ਤੇ ਬਾਅਦ ਵਿੱਚ ਦੂਜਿਆਂ ਦੀ ਫਿਕਰ ਕਰਿਓ। ਤੇ ਫਿਰ ਆਪਾਂ ਚੱਲਦੇ ਹਾਂ ਕਰੋਨਾ ਪੀਰੀਅਡ ਦੇ ਵਿੱਚ। ਤੁਸੀਂ ਕਿਹਾ ਕਿ ਅਸੀਂ ਜਾ ਕੇ ਹੈਲਪ ਕਰਦੇ ਹੁੰਦੇ ਸੀ, ਤੁਸੀਂ ਰਾਸ਼ਨ ਪਾਣੀ ਦਾ ਵੀ ਇੰਤਜ਼ਾਮ ਕੀਤਾ ਕਿ ਸਿਰਫ ਮੈਡੀਕਲ ਸਾਈਡ ਤੇ ਹੀ ਜਿੱਦਾਂ ਕਵਰ ਕੀਤਾ ਸੀ? ਨਹੀਂ ਜੀ, ਸਟਾਰਟਿੰਗ ਅਸੀਂ ਰਾਸ਼ਨ ਤੋਂ ਕੀਤੀ ਸੀ। ਠੀਕ ਹੈ। ਰਾਸ਼ਨ ਤੋਂ ਔਰ ਸੈਨੀਟਾਈਜ਼ਰ ਔਰ ਮਾਸਕ ਤੋਂ ਕੀਤੀ ਸੀ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸੀ ਸੈਨੀਟਾਈਜ਼ਰ ਔਰ ਮਾਸਕ ਉਹ ਸਾਡੇ ਸਮਾਜ ਦਾ ਇੱਕ ਹਿੱਸਾ ਨਹੀਂ ਸੀ, ਤੇ ਉਹ ਜ਼ਰੂਰੀ ਸੀਗਾ ਵੀ ਅਸੀਂ ਪਹਿਲਾਂ ਲੋਕਾਂ ਨੂੰ ਉਹ ਦਿੰਦੇ, ਖਾਸ ਕਰਕੇ ਉਹ ਲੋਕ ਜਿਹੜੇ ਮਾਈਗ੍ਰੈਂਟ ਸੀ, ਜਿਹੜੇ ਮੂਵ ਕਰ ਰਹੇ ਸੀ ਇੱਥੋਂ। ਫਿਰ ਰਾਸ਼ਨ ਦੀ ਸ਼ੁਰੂਆਤ ਕੀਤੀ, ਪਰ ਰਾਸ਼ਨ ਵਾਲਾ ਜਿਹੜਾ ਸਾਡਾ ਸਿਸਟਮ ਸੀ, ਕਿਉਂਕਿ ਸਰਕਾਰ ਖੁਦ ਉਸ ਲਾਈਨ ਤੇ ਆ ਗਈ ਸੀ, ਸਾਡੇ ਗੁਰਦੁਆਰਾ ਸਾਹਿਬ ਜਾਂ ਹੋਰ ਪਾਸੇ ਧਾਰਮਿਕ ਸਥਾਨਾਂ ਤੋਂ ਲੰਗਰ ਦੀ ਬਹੁਤਾਤ ਦੇ ਵਿੱਚ ਜਾ ਰਿਹਾ ਸੀ, ਔਰ ਉਹ ਵਿਅਰਥ ਵੀ ਹੁੰਦਾ ਦੇਖਿਆ, ਔਰ ਸਾਡਾ ਐਕਸਪੀਰੀਅੰਸ ਕੁਝ ਮਾੜਾ ਵੀ ਰਿਹਾ ਉਹਦੇ ਵਿੱਚ। ਫਿਰ ਅਸੀਂ ਇਸ ਚੀਜ਼ ਨੂੰ ਛੱਡ ਕੇ ਅਸੀਂ ਮੈਡੀਕਲ ਲਾਈਨ ਦੇ ਵਿੱਚ ਆ ਗਏ ਸੀ ਜੀ। ਤੇ ਜਿੱਦਾਂ ਤੁਸੀਂ ਕਿਹਾ ਸੀਗਾ ਕਿ ਮੈਡੀਕਲ ਜਿਹੜੀ ਹੈਗੀ ਆ ਸਿਰਫ ਹਸਪੀਟਲ ਦੇ ਵਿੱਚ ਜਾ ਕੇ ਬਲੱਡ ਹੀ ਕਰਦੇ ਸੀ, ਜਾਂ ਹੋਰ ਵੀ ਕਿਸੇ ਤਰ੍ਹਾਂ ਦੀਆਂ ਜਿੱਦਾਂ ਕੋਈ ਕਰੋਨਾ ਪੋਜ਼ਿਟਿਵ ਆ ਜਾਂਦਾ ਆ ਜਾਂ ਕਿਸੇ ਦੀ ਕਰੋਨਾ ਪੋਜ਼ਿਟਿਵ ਨਾਲ ਡੈਥ ਹੋ ਜਾਂਦੀ, ਇਦਾਂ ਦੀ ਵੀ ਕੋਈ ਹੈਲਪ ਕੀਤੀ ਹੈ ਜਾਂ ਸਿਰਫ ਬਲੱਡ ਡੋਨੇਸ਼ਨ ਦੇ ਵਿੱਚ ਹੀ ਹੈਲਪ ਹੋਈ ਸੀ? ਨਹੀਂ ਜੀ, ਅਸੀਂ ਜਿੰਨੇ ਵੀ ਸਾਡੇ ਹੈਲਥ ਡਿਪਾਰਟਮੈਂਟ ਸੀ ਉਹਨਾਂ ਦੇ ਨਾਲ ਅਟੈਚ ਰਹੇ, PGI ਨਾਲ ਅਟੈਚ ਰਹੇ ਹਾਂ। PGI ਨੂੰ ਜਦੋਂ ਵੀ ਜ਼ਰੂਰਤ ਪਈ ਆ, ਜਿਹੜੇ ਉੱਥੇ ਖਾਸ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਇੱਕ ਫ੍ਰੀ ਡਾਇਲਿਸਿਸ ਯੂਨਿਟ ਚੱਲ ਰਿਹਾ, ਉਹਨਾਂ ਨੂੰ ਅਸੀਂ ਮੈਡੀਸਨ, ਉਹਨਾਂ ਨੂੰ ਹੋਰ ਅਸੀਂ ਜੋ ਇਕਵਿਪਮੈਂਟ ਚਾਹੀਦੇ ਸੀਗੇ ਉਹ ਅਸੀਂ ਪ੍ਰੋਵਾਈਡ ਕਰਦੇ ਰਹੇ ਹਾਂ। ਮੇਰੀ ਟੀਮ ਦੇ ਵਿੱਚੋਂ ਹੀ
ਟੀਮ ਮੈਂਬਰਸ ਆ ਉਹਨਾਂ ਨੇ ਕੋਸ਼ਿਸ਼ਾਂ ਕਰਕੇ ਨਵਾਂ ਸ਼ਹਿਰ ਤੋਂ ਉਹਨਾਂ ਨੇ ਡਾਇਲਿਸਿਸ ਯੂਨਿਟ ਵੀ ਡੋਨੇਟ ਕਰਵਾਏ ਸੀ। ਤੇ ਉਧਰ ਕਿਉਂਕਿ ਜਿਹੜੀ ਸਟਾਰਟਿੰਗ ਹੋਈ ਸੀ ਪੈਂਡੈਮਿਕ ਟਾਈਮ ਦੀ ਕਰੋਨਾ ਦੀ ਕੋਵਿਡ-19 ਦੀ, ਉਹ ਨਵੇਂ ਸ਼ਹਿਰ ਤੋਂ ਮੰਨੀ ਗਈ ਆ। ਤੇ ਉੱਥੋਂ ਹੀ ਸਰਦਾਰ ਬਲਦੀਪ ਸਿੰਘ ਜਿਹੜੇ ਪਹਿਲੇ ਸੀਗੇ ਜੋ ਇਹਦੀ ਡੈਥ ਹੋਈ ਸੀ ਜਿਨ੍ਹਾਂ ਦੀ, ਤੇ ਉੱਥੇ ਤੋਂ ਨਵੇਂ ਸ਼ਹਿਰ ਦੇ ਵਿੱਚ ਸੈਂਟਰ ਹੋਣ ਕਰਕੇ ਇੱਕ ਹੌਟ ਸਪੌਟ ਬਣ ਗਿਆ ਸੀ। ਤੇ ਉੱਥੇ ਜਿੰਨੇ ਵੀ ਮੇਰੀ ਟੀਮ ਮੈਂਬਰ ਸੀ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਸੀ। ਤੇ ਹਾਂਜੀ, ਮੈਂ ਫਿਰ ਤੁਹਾਡੀ ਉਹ ਜਿਹੜੀ ਜਰਨੀ ਸੀਗੀ ਜਦੋਂ ਤੁਹਾਡਾ ਐਕਸੀਡੈਂਟ ਹੋਇਆ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਸਾਡੇ ਦੋਸਤਾਂ ਨੂੰ ਪਤਾ ਚੱਲੇ ਪੂਰਾ ਵੀ ਕਿ ਜਿਹੜੀ ਤੁਹਾਡੀ ਇਹ ਜਰਨੀ ਆ ਐਕਸੀਡੈਂਟ ਤੋਂ ਬਾਅਦ, ਉਸ ਤੋਂ ਬਾਅਦ ਜਿਹੜੀ ਤੁਹਾਡੀ ਆ ਇਲਨੈਸ ਸਟਾਰਟ ਹੋਈ ਆ। ਪਹਿਲਾਂ ਤਾਂ ਜਿਹੜਾ ਐਕਸੀਡੈਂਟ ਹੋਇਆ ਸੀ ਤੁਹਾਡਾ, ਉਹਦੇ ਬਾਰੇ ਥੋੜੀ ਖੁੱਲ ਕੇ ਵਿਸਥਾਰ ਦੇ ਨਾਲ ਸਾਨੂੰ ਦੱਸੋ ਕਿ ਕਿੱਦਾਂ ਜਿਹੜਾ ਤੁਹਾਡੀ ਹੈਲਥ ਦੇ ਉੱਪਰ ਇਫੈਕਟ ਪਈ ਇਹਦੀ। ਐਕਸੀਡੈਂਟ ਜਿਹੜਾ 2009 ਦੇ ਵਿੱਚ ਹੋਇਆ ਸੀ ਜੀ, ਇਹਦੇ ਵਿੱਚ ਅਸੀਂ ਇਹਨੂੰ ਐਕਸੀਡੈਂਟ ਮੰਨ ਵੀ ਸਕਦੇ ਹਾਂ ਜਾਂ ਨਹੀਂ ਮੰਨ ਸਕਦੇ, ਕਿਉਂਕਿ ਐਕਸੀਡੈਂਟ ਇੱਕ ਉਹ ਗਿਣਿਆ ਜਾਂਦਾ ਹੈ ਜਿਹੜੀ ਦੁਰਘਟਨਾ ਹੋਏ ਜਾਂ ਕੋਈ ਤੁਹਾਡੇ ਵਿੱਚ ਆ ਕੇ ਵੱਜੇ। ਜਾਂਦਾ ਪਰਸਨ ਕੋਈ ਬਾਈਕ ਤੋਂ ਡਿੱਗ ਜੇ ਬਿਨਾਂ ਕਿਸੇ ਦੇ ਵੱਜੇ ਤੋਂ, ਔਰ ਫਿਰ ਕੱਪੜੇ ਝਾੜ ਕੇ ਉਹ ਖੜਾ ਹੋ ਕੇ ਚੱਲ ਪਵੇ, ਇਹਨੂੰ ਵੈਸੇ ਆਪਾਂ ਐਕਸੀਡੈਂਟ ਨਹੀਂ ਗਿਣ ਸਕਦੇ। ਪਰ ਉਹ ਕਿੰਨਾ ਜ਼ਿਆਦਾ ਤੁਹਾਡੀ ਲਾਈਫ ਨੂੰ ਅੱਗੇ ਪ੍ਰਭਾਵਿਤ ਕਰ ਸਕਦਾ ਹੈ, ਉਹ ਐਗਜ਼ਾਮਪਲ ਆ। ਤੇ ਤੁਸੀਂ ਕਹਿੰਦੇ ਕਿ ਉਹਨੂੰ ਐਕਸੀਡੈਂਟ ਨਹੀਂ ਕਹਿੰਦੇ, ਮੈਂ ਡਿੱਗ ਕੇ ਆਪਣੇ ਕੱਪੜੇ ਝਾੜ ਕੇ ਤੁਰ ਪਿਆ, ਥੋੜਾ ਵੀ ਦੱਸੋ ਨਾ ਵੀ ਡਿੱਗਿਆ ਕਿੱਦੇ ਸੀਗੇ ਫਿਰ? ਉਹ ਇਦਾਂ ਸੀਗਾ ਜੀ, ਰੋਡ ਦੇ ਉੱਤੇ ਥੋੜਾ ਫਰਕ ਸੀ ਔਰ ਕਿਨਾਰੀ ਤੇ ਬਾਈਕ ਆ ਕੇ ਡਿੱਗ ਗਿਆ। ਬਾਈਕ ਦਾ ਵਜਨ ਆ ਗਿਆ ਉੱਤੇ। ਉਸ ਤੋਂ ਬਾਅਦ ਕਿਤੇ ਉਦੋਂ ਹੀ ਵਿੱਚ ਥੋੜੀ ਕਿਤੇ ਜਿਹੜਾ ਪੈਲਵਿਸ ਸੀ ਉਹਦੇ 'ਚ ਕਰੈਕਿੰਗ ਆ ਗਈ। ਉਸ ਚੀਜ਼ ਦੀ ਗੌਰ ਨਹੀਂ ਕੀਤੀ ਉਸ ਦਿਨ ਪੂਰਾ, ਕਿਉਂਕਿ ਆਫਿਸ ਮੇਰਾ 3rd ਫਲੋਰ ਤੇ ਸੀ ਚੰਡੀਗੜ੍ਹ, ਔਰ ਉੱਪਰੋਂ ਥੱਲੇ ਇੱਦਾਂ ਹੀ ਪੌੜੀਆਂ ਉੱਤਰਦੇ ਚੜ੍ਹਦੇ ਰਹੇ। ਦਿਨ ਵਿੱਚ ਕੋਈ ਫੀਲ ਨਹੀਂ ਹੋਇਆ, ਰਾਤੀ ਜਾ ਕੇ ਕੁਝ ਪੇਨ ਹੋਣ ਲੱਗਿਆ ਤੇ 32 ਹਸਪੀਟਲ 'ਚ ਐਡਮਿਟ ਹੋ ਗਏ। ਉੱਥੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਪੈਲਵਿਸ ਦੇ ਵਿੱਚ ਕੁਝ ਕਰੈਕਿੰਗ ਆਈ ਆ, ਤੁਸੀਂ 2 ਦਿਨ ਦਾ ਇੱਥੇ ਬੈੱਡ ਰੈਸਟ ਲਓ। 2 ਤੋਂ ਵੱਧਦੇ ਉਹ 8-9 ਮਹੀਨੇ ਹੋ ਗਏ। ਉਹ ਜਿਹੜੀ ਬੈੱਡ ਰੈਸਟ ਸੀ ਉਹਨੇ ਫਿਰ ਲੱਤਾਂ ਦੇ ਵਿੱਚ ਜਿਹੜੇ ਸੀ ਉਹ ਕਲੌਟ ਬਣਾਉਣੇ ਸ਼ੁਰੂ ਕਰਤੇ। ਉਹ ਆਰਕ ਬਣ ਗਿਆ ਸੀ ਇੱਕ ਕਾਫੀ ਵੱਡਾ ਕਲੌਟ ਦਾ। ਤੇ ਉਹ ਤੁਹਾਨੂੰ ਪਤਾ ਵੀ ਜਿਹੜੀ ਇਹ ਕਲੌਟਸ ਹੁੰਦਾ ਇਹ ਬਹੁਤ ਜੀ, ਇਹ ਹਾਂ ਤੁਹਾਡਾ ਬਲੱਡ ਜਿਹੜਾ ਅਗਰ ਨੀਚੇ ਡਰੇਨ ਹੋ ਗਿਆ ਤਾਂ ਨੀਚੇ ਹੀ ਰਹਿਣਾ। ਔਰ ਇਹਨੂੰ ਸਹੀ ਕਰਦੇ 10 ਸਾਲ ਲੱਗ ਗਏ। ਔਰ ਜਿਹੜੀ ਮੈਡੀਸਨ ਚੱਲੀ ਉਸ ਮੈਡੀਸਨ ਨੇ ਤੁਹਾਡੇ ਜਿਹੜੇ ਸੈੱਲ ਸੀ ਉਹ ਡੈੱਡ ਕਰਨੇ ਸ਼ੁਰੂ ਕਰਤੇ। ਉਹਨਾਂ ਡੈੱਡ ਸੈੱਲ ਤੋਂ ਜਿਹੜਾ ਸੀ ਇੱਕ ਰੇਅਰ ਕਿਸਮ ਦਾ ਜਿਹੜਾ ਕੈਂਸਰ ਹੈ ਉਹ ਤੋਂ ਪ੍ਰਭਾਵਿਤ ਹੋ ਗਏ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਇਹ ਵਰਲਡ ਦੇ ਵਿੱਚ ਹੈ। ਇਹਦੇ 'ਚ ਕੀ ਹੈ, ਮੇਰੇ ਸੈੱਲ ਜਿਹੜੇ ਉਹ ਡੈੱਡ ਹੋ ਕੇ ਉਹ ਅੰਦਰੇ ਕਲੌਟ ਬਣਾ ਰਹੇ ਆ ਔਰ ਉਹ ਬਾਡੀ ਦੇ ਕਿਸੇ ਵੀ ਪਾਰਟ ਦੇ ਵਿੱਚ ਬਣੀ ਜਾ ਰਹੇ ਆ। ਪਹਿਲਾਂ ਲੱਤਾਂ ਦੇ ਵਿੱਚ ਬਣਦੇ ਸੀ, ਬਾਹਾਂ ਦੇ ਵਿੱਚ ਸੀਗੇ, ਤੇ ਲਾਸਟ ਲਿਵਰ 'ਚ ਬਣ ਗਏ ਆ। ਔਰ ਅਗਰ ਇਹ ਕਿਤੇ ਕੰਟੀਨਿਊਟੀ ਦਵਾਈ ਦੀ ਖਤਮ ਹੋ ਜਾਂਦੀ ਆ ਤਾਂ ਉਹ ਕਿਤੇ ਹਾਰਟ ਦੇ ਵਿੱਚ ਜਾਂ ਬ੍ਰੇਨ 'ਚ ਵੀ ਬਣ ਸਕਦਾ ਹੈ ਜੀ। ਔਰ ਇਸੀ ਚੀਜ਼ ਨੂੰ ਤੋਂ ਪ੍ਰਭਾਵਿਤ ਸੀ। ਫਿਰ ਇਹੀ ਚੀਜ਼ ਇੱਕ ਜਜ਼ਬਾ ਵੀ ਬਣਿਆ ਵੀ ਕੋਈ ਪਤਾ ਨਹੀਂ ਆ ਭਰਾ ਕਿਸ ਦਿਨ ਕਿੱਥੇ ਬਣ ਜਾਣਾ, ਤੇ ਬੈਟਰ ਇਹੀ ਆ ਵੀ ਤੂੰ ਅੱਗੇ ਲੱਗਿਆ ਰਹਿ। ਔਰ ਇਹ ਚਲੋ ਖਤਰਨਾਕ ਕਹਿੰਦੇ ਆ ਪਰ ਇਹਨੇ ਇੱਕ ਮੋੜ ਦਿੱਤਾ ਲਾਈਫ ਨੂੰ, ਔਰ ਇਸੀ ਮੋੜ ਨੇ ਇਸ ਸਮਾਜ ਸੇਵਾ ਦੇ ਵੱਲ ਜ਼ਿਆਦਾ ਪ੍ਰੇਰਿਤ ਕੀਤਾ ਜੀ। ਤੇ ਜਿੱਦਾਂ ਤੁਸੀਂ ਕਿਹਾ ਕਿ ਜਿੱਦਾਂ ਉਸ ਐਕਸੀਡੈਂਟ ਜਿਹੜਾ ਹੋਇਆ, ਆਪਾਂ ਕਹਿ ਲਈਏ ਕਿ ਇਨਸੀਡੈਂਟ ਕਹਿ ਲਈਏ, ਐਕਸੀਡੈਂਟ ਕਹਿ ਲਈਏ ਕਿ ਡਿੱਗ ਕੇ ਜਿਹੜੀ ਸੱਟ ਲੱਗੀ ਲੱਤ ਦੇ ਉੱਪਰ ਜੀ, ਤੇ ਉਹਦੇ ਨਾਲ ਜਿਹੜੀ ਹੈਗੀ ਕੈਂਸਰ ਡਿਵੈਲਪ ਹੋ ਗਈ ਆ। ਤੇ ਹੁਣ ਜਿਹੜੀ ਇਹ ਕਿੰਨੀ ਕੁ ਤਕਲੀਫ ਤੁਹਾਨੂੰ ਜਿਹੜੀ ਹੈਗੀ ਆ ਕੈਂਸਰ ਦੇ ਨਾਲ ਹੁੰਦੀ ਤੁਹਾਡੀ ਬੋਡੀ ਦੇ ਵਿੱਚ, ਕੀ ਟ੍ਰੀਟਮੈਂਟ ਜਿਹੜੀ ਹੈਗੀ ਆ ਹੁਣ ਐਟ ਦਾ ਮੋਮੈਂਟ ਕੀ ਚੱਲਦੀ ਹੈ? ਟ੍ਰੀਟਮੈਂਟ PGI ਤੋਂ ਚੱਲ ਰਹੀ ਹੈ ਜੀ। ਇੱਕ ਮੈਂ ਦਿੱਲੀ ਤੋਂ ਸਾਡੇ ਉੱਥੇ ਹਸਪੀਟਲ ਹੈ ਕਾਫੀ ਵੱਡਾ, ਤੇ ਸਾਡੇ ਲਿਵਰ ਦਾ ਬਸੰਤ ਕੁੰਜ, ਉੱਥੋਂ ਚੱਲ ਰਹੀ ਹੈ ਮੇਰੀ। ਔਰ ਮਕਲੌਡਗੰਜ ਤੋਂ ਇੱਕ ਮੈਂ ਹਰਬਲ ਦੀ ਮੈਡੀਸਨ ਲੈ ਰਿਹਾ। ਤੇ ਇਹਨਾਂ ਸਾਰੀਆਂ ਮੈਡੀਸਨ ਤੋਂ ਕੁਝ ਥੋੜੀ ਰਿਲੀਫ ਜ਼ਰੂਰ ਮਿਲਦੀ ਹੈ, ਪਰ ਇੱਦਾਂ ਵੀ ਕਈ ਵਾਰ 2-3 ਦਿਨ ਖਾਣਾ ਖਾਏ ਨੂੰ ਹੋ ਜਾਂਦੇ ਆ, ਕਿਉਂਕਿ ਲਿਵਰ ਆਲਮੋਸਟ ਉਹਨੇ ਡੈਮੇਜ ਕਰ ਦਿੱਤਾ। ਤੇ ਲਿਕੁਇਡ ਇਨਟੇਕ ਹੁੰਦਾ ਕਾਫੀ, ਲੈ ਲਈਦਾ, ਤੇ ਉਹਦੇ ਨਾਲ ਥੋੜੀ ਐਨਰਜੀ ਮਿਲਦੀ ਆ ਤੇ ਕੰਮ ਕਰਦੇ ਰਹੀਦਾ। ਇਫੈਕਟ ਇਸ ਕਰਕੇ ਕਰਦਾ ਕਿਉਂਕਿ ਲਾਈਫ ਦਾ ਇਹਨੇ ਕੁਝ ਇੱਦਾਂ ਦਾ ਮਤਲਬ ਇਸ ਮੋੜ ਤੇ ਲੈ ਕੇ ਆਈ ਹੋਈ ਹੈ ਵੀ ਤੁਹਾਨੂੰ ਪਤਾ ਨਹੀਂ ਹੈ ਵੀ ਕਦੋਂ ਕਿਸ ਟਾਈਮ ਕੀ ਹੋ ਸਕਦਾ। ਹਾਂਜੀ ਜੀ। ਤੇ ਪੁਕਾਰ ਫਾਊਂਡੇਸ਼ਨ ਤੋਂ ਸਿਵਾਏ ਜੀ ਤੁਸੀਂ ਆਪਣੀ ਪਰਸਨਲ ਲਾਈਫ ਜਿਹੜੀ ਲਿਵਿੰਗ ਆਪਾਂ ਕਹਿ ਲਈਏ, ਆਪਣੀ ਰੋਟੀ ਪਾਣੀ ਆਪਣੇ ਘਰਦਿਆਂ ਵਾਸਤੇ, ਆਪਣੇ ਵਾਸਤੇ ਉਹ ਕਮਾਉਣ ਦਾ ਜ਼ਰੀਆ ਜਿਹੜਾ ਹੈਗਾ, ਉਹਦੇ ਬਾਰੇ ਸਾਨੂੰ ਦੱਸੋ ਥੋੜਾ ਜਿਹਾ। ਬਿਲਕੁਲ ਜੀ। ਹਾਂਜੀ, ਮੇਰਾ ਇੰਸਟੀਚਿਊਟ ਹੈ ਜੀ ਸਿਵਲ ISPCS ਕੋਚਿੰਗ ਸੈਂਟਰ ਹੈ, ਐਸਪੀਰੈਂਟ IAS ਦੇ ਨਾਮ ਤੇ। ਔਰ ਉਸ ਤੋਂ ਆਨਲਾਈਨ, ਹੁਣ ਤਾਂ ਮੋਸਟਲੀ ਆਨਲਾਈਨ ਚੱਲ ਰਹੀਆਂ, ਪਹਿਲਾਂ ਆਫਲਾਈਨ ਵੀ ਸੀਗੀਆਂ। ਔਰ ਉਹਦੇ ਤੋਂ ਆਪਣੀ ਲਿਵਿੰਗ ਕਰ ਰਹੇ ਹਾਂ, ਅੱਛੀ ਹੋ ਰਹੀ ਸੀ ਕਾਫੀ। ਤੇ ਉਹੀ ਜਿਹੜਾ ਹੁੰਦਾ ਸੀ 1/10
ਉਹ ਇੱਧਰ ਸਮਾਜ ਸੇਵਾ ਦੇ ਵਿੱਚ ਦੇਈ ਜਾਂਦੀ ਸੀ। ਠੀਕ ਹੈ ਜੀ। ਤੇ ਹੋਰ ਉਸ ਤੋਂ ਸਿਵਾਏ ਕੁਝ ਕਰਦੇ ਆ ਜਾਂ ਨਹੀਂ? ਜੀ ਬਸ ਲੀਗਲ ਸਰਵਿਸਿਜ਼ ਪ੍ਰੋਵਾਈਡ ਕਰਵਾਈ ਦੀਆਂ ਠੀਕ ਹੈ। ਤੇ ਜਿੰਨੇ ਵੀ ਹੈ ਕਿਉਂਕਿ ਬੀਇੰਗ ਅ ਲਾਇਰ ਲੀਗਲ ਸਰਵਿਸਿਜ਼ ਜੋ ਵੀ ਕੋਈ ਆਉਂਦਾ ਵੈਸੇ ਤਾਂ ਕੋਸ਼ਿਸ਼ ਕਰੀਦੀ ਹੈ ਫ੍ਰੀ ਲੀਗਲ ਏਡ ਹਰ ਇੱਕ ਨੂੰ ਪ੍ਰੋਵਾਈਡ ਕਰਾਈ ਜਾਏ। ਅਗਰ ਜ਼ਰੂਰਤ ਹੈ ਕਿਸੇ ਨੂੰ ਵਕੀਲ ਦੀ ਜ਼ਰੂਰਤ ਹੈ ਤਾਂ ਕੋਸ਼ਿਸ਼ ਕਰੀਏ ਵੀ ਅਸੀਂ ਉਹਨੂੰ ਫ੍ਰੀ ਕੋਈ ਇੱਦਾਂ ਦੀ ਸਰਵਿਸ ਦੇ ਦਈਏ ਤਾਂ ਕਿ ਉਹਦਾ ਕੋਈ ਫੀਸ ਕਿਤੋਂ ਬਚ ਸਕੇ। ਠੀਕ ਹੈ। ਤੇ ਜਿਹੜੀ ਲੀਗਲ ਸਰਵਿਸਿਜ਼ ਹੈਗੀ ਆ ਇਹ ਕਿਹੜੇ ਲੋਕ ਹੈਗੇ ਆ ਕਿੱਦਾਂ ਦੇ ਜਿਹੜੀ ਮੁਸ਼ਕਲਾਂ ਵਾਲੇ ਆ ਤੁਹਾਡੇ ਕੋਲ ਆਉਂਦੇ ਆ? ਮੋਸਟਲੀ ਮੇਰੇ ਕੋਲ ਜਿਹੜੇ ਪਰਸਨ ਆਉਂਦੇ ਆ ਉਹ ਜ਼ਿਆਦਾਤਰ ਡੋਮੈਸਟਿਕ ਵਾਲੇ ਹੁੰਦੇ ਆ ਤਾਂ ਜਾਂ ਫਿਰ ਕੋਈ ਇੱਦਾਂ ਦੇ ਪਰਸਨ ਆ ਜਿਨ੍ਹਾਂ ਜਿਹੜੇ ਰੈਗੂਲਰ ਵਕੀਲ ਦੀ ਫੀਸ ਨਹੀਂ ਦੇ ਸਕਦੇ। ਠੀਕ ਹੈ ਜੀ। ਤੇ ਡੋਮੈਸਟਿਕ ਦੇ ਵਿੱਚ ਮਰਦ ਔਰਤਾਂ ਇੱਕੋ ਜਿਹੇ ਆਉਂਦੇ ਆ ਜਾਂ ਫੀਮੇਲਸ ਜ਼ਿਆਦੀਆਂ ਹੁੰਦੀਆਂ ਆ? ਮੋਸਟਲੀ ਜੋ ਇਹਨਾਂ ਪੈਂਡੈਮਿਕ ਟਾਈਮ ਦੇ ਵਿੱਚ ਆ ਰਹੇ ਆ ਉਹ ਲੜਕੀਆਂ ਜ਼ਿਆਦਾ ਆ ਰਹੀਆਂ ਕਿਉਂਕਿ ਇਨ-ਲਾਜ਼ ਵੱਲੋਂ ਜਾਂ ਕੁਛ ਇੱਦਾਂ ਦਾ ਕਿਉਂਕਿ ਜਦੋਂ ਇੱਕ ਪੈਂਡੈਮਿਕ ਦੇ ਦੋ ਰੂਪ ਰਹੇ ਆ, ਬੱਚੇ ਔਰ ਪੇਰੈਂਟ ਜੁੜੇ ਆ, ਉਹਨਾਂ ਦੇ ਜਿਹੜੇ ਮਾਪੇ ਆ ਉਹ ਥੋੜ੍ਹੇ ਅਲੱਗ ਹੋਏ ਆ। ਤੇ ਰੀਜ਼ਨ ਕੀ ਹੈਗਾ ਇਹਦਾ? ਰੀਜ਼ਨ ਇਹ ਜੀ ਜਦੋਂ ਤੱਕ ਕੰਮ ਤੇ ਇਹ ਹਰ ਇੱਕ ਪਰਸਨ ਜਿਹੜਾ ਹੁੰਦਾ ਜੋ ਕੰਮ ਤੇ ਜਾ ਰਿਹਾ ਉਹ ਜਦੋਂ ਕੰਮ ਤੇ ਘਰੇ ਆ ਕੇ ਬੈਠ ਜਾਏਗਾ ਤਾਂ ਅੰਦਰੋਂ ਅੰਦਰੀ ਉਹ ਖੋਖਲਾ ਹੁੰਦਾ ਜਾਂਦਾ। ਉਹਨੇ ਆਪਣੀ ਐਗਰੈਸ਼ਨ ਆਪਣਾ ਵਿਹਲਾਪਣ ਕਿਸੇ ਤੇ ਕੱਢਣਾ ਹੁੰਦਾ ਔਰ ਇਸ ਚੀਜ਼ ਦਾ ਨੁਕਸਾਨ ਹੋ ਰਿਹਾ ਕਾਫੀ ਰਿਸ਼ਤਿਆਂ ਵਿੱਚ ਖਾਸ ਕਰਕੇ। ਤੁਹਾਡਾ ਮਤਲਬ ਹੈਗਾ ਕਿ ਇਦਾਂ ਮਰਦ ਜਿਹੜੇ ਹੈਗੇ ਆਪਣੀ ਐਗਰੈਸ਼ਨ ਜਿਹੜੀ ਹੈਗੀ ਉਹ ਕਰਦੀਆਂ ਆਪਣੀਆਂ ਲੇਡੀਜ਼ ਦੇ ਉੱਪਰ ਕੱਢਦੇ ਆ? ਬਿਲਕੁਲ ਜੀ ਕਰਦੇ। ਤੇ ਉਹਨਾਂ ਦਾ ਫਿਕਰ ਵੀ ਜਿੱਦਾਂ ਕੋਪ ਕਰਨਾ ਬਹੁਤ ਹਾਰਡ ਹੋ ਜਾਂਦਾ ਹੈ। ਬਿਲਕੁਲ ਜੀ। ਹਾਂਜੀ। ਰੀਸੈਂਟ ਕੋਈ ਇਦਾਂ ਦਾ ਕੇਸ ਹੈਗਾ ਆ ਜਿਹੜਾ ਤੁਹਾਡੇ ਕੋਲ ਆਇਆ ਹੋਵੇ ਤੇ ਉਹਦੇ ਬਾਰੇ ਤੁਸੀਂ ਕੁਝ ਆਪਾਂ ਨਾ ਤਾਂ ਨਹੀਂ ਰਿਵੀਲ ਕਰਨੇ ਪਰ ਫਿਰ ਵੀ ਤੁਸੀਂ ਸਾਡੇ ਦੋਸਤਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਇਦਾਂ ਦਾ ਡਿਫਿਕਲਟ ਕੇਸ ਜਿਹੜਾ ਸਪੈਸ਼ਲੀ ਕੋਵਿਡ-19 ਨੂੰ ਲੈ ਕੇ ਇਦਾਂ ਦਾ ਕੁਝ ਆਇਆ ਹੋਵੇ? ਨਹੀਂ, ਬਹੁਤ ਕੇਸ ਹੈ ਜੀ, ਬਹੁਤ ਜ਼ਿਆਦਾ ਕੇਸ ਆਏ ਆ ਔਰ ਇਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਕੁਝ ਰੇਪ ਕੇਸ ਵੀ ਇਦਾਂ ਦੇ ਸੀਗੇ ਜਿਹਦੇ ਵਿੱਚ ਸਾਡੇ ਕੋਲ ਪੋਲੀਟੀਕਲ ਪ੍ਰੈਸ਼ਰ ਸਾਡੇ ਤੇ ਬਹੁਤ ਪੈ ਰਿਹਾ ਸੀ। ਠੀਕ ਹੈ। ਔਰ ਉਹਨਾਂ ਨੂੰ ਵੀ ਅਸੀਂ ਕਾਫੀ ਅੱਛੀ ਤਰ੍ਹਾਂ ਹੈਂਡਲ ਕੀਤਾ ਔਰ ਉਹ ਲੋਕਾਂ ਨੂੰ ਸਜ਼ਾ ਵੀ ਦਵਾਈ ਆ ਜਿਹੜੇ ਸੀਗੇ। ਔਰ ਉਸ ਚੀਜ਼ ਤੋਂ ਮੈਨੂੰ ਵੀ ਇਹ ਹੋਇਆ, ਮੈਨੂੰ ਵੀ ਬਾਹਰੋਂ ਸ਼ੂਟ ਕਰਨ ਦੇ ਠੀਕ ਹੈ ਜੀ ਧਮਕੀਆਂ ਦਿੱਤੀਆਂ ਗਈਆਂ ਵੀ ਇਹਨਾਂ ਕੇਸਾਂ ਤੋਂ ਪਿੱਛੇ ਹਟ ਜਾਓ ਤਾਂ ਅਸੀਂ ਤੁਹਾਨੂੰ ਮਾਰ ਦਾਂਗੇ। ਚਲੋ ਅਸੀਂ ਪਰਵਾਹ ਨਹੀਂ ਉਸ ਚੀਜ਼ ਦੀ ਕਰਦੇ, ਜਦੋਂ ਜੁੜੇ ਆ ਜਿੱਦਣ ਲੈ ਕੇ ਜਾਣਾ ਪਰਮਾਤਮਾ ਨੇ ਲੈ ਹੀ ਜਾਣਾ। ਠੀਕ ਹੈ ਜੀ। ਤੇ ਜੇਕਰ ਕਿਸੇ ਨੇ ਵੀ ਚਾਹੇ ਉਹ ਮਰਦ ਹੈ ਚਾਹੇ ਔਰਤ ਹੈ ਇਦਾਂ ਦੇ ਜਿਹੜੀ ਉਹਨਾਂ ਨੂੰ ਲੀਗਲ ਹੈਲਪ ਚਾਹੀਦੀ ਆ ਤਾਂ ਤੁਹਾਨੂੰ ਕਿੱਦਾਂ ਕੰਟੈਕਟ ਕਰਨਾ ਹੋਵੇ? ਮੇਰਾ ਨੰਬਰ ਆਲਮੋਸਟ ਮੇਰੀ ਵੈਬਸਾਈਟ ਤੇ ਔਰ ਮੇਰੇ ਫੇਸਬੁੱਕ ਪੇਜ ਤੇ ਔਰ ਮੇਰੇ ਜਿਹੜਾ ਪੇजेस ਆ ਉਹਨਾਂ ਤੇ ਪਿਆ ਹੋਇਆ ਆਲਮੋਸਟ ਤੇ ਲਗਭਗ ਜਾਣਦੇ ਹੀ ਆ ਸਾਰੇ। ਠੀਕ ਹੈ। ਤੇ ਤੁਹਾਡੇ ਫੇਸਬੁੱਕ ਦਾ ਜਾਂ ਤੁਹਾਡੇ ਜਿਹੜੇ ਪੇजेस ਹੈਗੇ ਉਹਨਾਂ ਦਾ ਨਾਮ ਉਹ ਹੀ ਆ ਜਾਂ ਡਿਫਰੈਂਟ? ਜੀ, ਗੁਰਵਿੰਦਰ ਸਿੰਘ ਸੈਣੀ ਦੇ ਨਾਮ ਤੇ ਹੀ ਮੇਰਾ। ਠੀਕ ਹੈ ਜੀ। ਤੇ ਦੋਸਤੋ ਜੇਕਰ ਤੁਸੀਂ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਆ ਤੁਹਾਨੂੰ ਲੀਗਲ ਤੇ ਸਾਡੇ ਛੋਟੇ ਵੀਰ ਦੇ ਨਾਲ ਕਰ ਸਕਦੇ ਆ ਤੁਸੀਂ ਕੰਟੈਕਟ ਆਪਣੀਆਂ ਮੁਸ਼ਕਲਾਂ ਹੱਲ ਕਰਨੀਆਂ ਕਿਸੇ ਵੀ ਪੱਖੋਂ। ਜੇ ਤੁਸੀਂ ਵੀ ਕਰੋਨਾ ਦੇ ਸਤਾਏ ਹੋਏ ਹੈਗੇ ਆ ਕਿਸੇ ਪੱਖੋਂ ਤੇ ਆ ਸਕਦੇ ਆ। ਤੇ ਹੁਣ ਮੈਂ ਵੀਰ ਜੀ ਪੁੱਛਣਾ ਚਾਹੁੰਦੀ ਆ ਤੁਹਾਨੂੰ ਕਿ ਫਿਊਚਰ ਪਲਾਨਸ ਜਿਹੜੇ ਤੁਹਾਡੇ ਹੈਗੇ ਆ ਆਪਾਂ ਚਲੋ ਤੁਹਾਡੀ ਫਾਊਂਡੇਸ਼ਨ ਪੁਕਾਰ ਫਾਊਂਡੇਸ਼ਨ ਨੂੰ ਲੈ ਕੇ ਗਾਹਾਂ ਤੁਹਾਡੀ ਕੀ ਪਲਾਨਸ ਹੈਗੀਆਂ? ਸਾਡੀ ਪਲਾਨਿੰਗ ਤੇ ਥੋੜਾ ਪੈਂਡੈਮਿਕ ਦਾ ਇਹ ਡਾਊਨ ਜਾਏ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰੀਏ ਵੀ ਅਸੀਂ ਇੱਕ ਤਾਂ ਮੇਰੀ ਸਲਾਹ ਕੁਝ ਰਿਮੋਟ ਏਰੀਆ ਇੱਦਾਂ ਦੇ ਆ ਜਿੱਥੇ ਐਂਬੂਲੈਂਸ ਦੀ ਬਹੁਤ ਜ਼ਰੂਰਤ ਹੈ, ਐਂਬੂਲੈਂਸ ਸਰਵਿਸਿਜ਼ ਨਹੀਂ ਆ ਔਰ ਮੈਂ ਚਾਹੁੰਦਾ ਸੀ ਵੀ ਉੱਥੇ ਅਸੀਂ ਐਂਬੂਲੈਂਸ ਜਿਹੜੀਆਂ ਉਹ ਦਈਏ। ਔਰ ਜਿੱਦਾਂ ਸਾਡੀ ਰੈਗੂਲਰ ਚੱਲ ਰਹੇ ਆ ਤੁਸੀਂ ਵੀ ਜੁੜੇ ਹੋਏ ਹੋ ਨਾਲ ਔਰ ਤੁਹਾਨੂੰ ਪਤਾ ਵੀ ਕਿੰਨੇ ਬੱਚੇ ਜਿਹੜੇ ਆ ਖਾਸ ਕਰਕੇ ਬੱਚੇ ਆ ਰਹੇ ਆ ਔਰ ਇਹ ਜਿਹੜੇ ਬੱਚੇ ਮੋਸਟਲੀ ਸਾਨੂੰ ਨਹੀਂ ਪਤਾ ਵੀ ਕਿਉਂ ਅੰਮ੍ਰਿਤਸਰ ਜਾਂ ਉਸ ਏਰੀਏ ਤੋਂ ਜਿਹੜੇ ਕਿਡਨੀ ਪੇਸ਼ੈਂਟ ਬੱਚੇ ਆ ਰਹੇ ਆ ਉਹਦਾ ਰੀਜ਼ਨ ਹਾਲ ਤੱਕ ਸਾਨੂੰ ਸਮਝ ਨਹੀਂ ਆਇਆ ਔਰ ਮੈਂ ਚਾਹੁੰਦਾ ਸੀ ਵੀ ਕੋਈ ਐਦਾਂ ਦੀ ਕਿਡਨੀ ਦੀਆਂ ਉਧਰ ਇੱਕ ਅਸੀਂ ਯੂਨਿਟ ਸਥਾਪਿਤ ਕਰੀਏ ਤਾਂ ਕਿ ਉਹਨਾਂ ਨੂੰ ਜਿਹੜੇ ਸਾਡੇ ਬਾਰਡਰ ਏਰੀਏਜ਼ ਆ ਉਹਨਾਂ ਨੂੰ ਕੁਝ ਜਿਹੜੀਆਂ ਉਹਨਾਂ ਦੇ ਦਿੱਕਤਾਂ ਆ ਰਹੀਆਂ ਉਹ ਸੋਲਵ ਹੋ ਸਕਣ। ਠੀਕ ਹੈ। ਹਾਂਜੀ। ਤੇ ਤਾਂ ਮੈਂ ਪੁੱਛਿਆ ਕਿ ਫਿਊਚਰ ਪਲਾਨਿੰਗ ਦਾ ਫਾਊਂਡੇਸ਼ਨ ਨੂੰ ਲੈ ਕੇ ਤੁਹਾਨੂੰ ਗਾਹਾਂ ਆਪਾਂ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਕੰਮ ਵਧਾਉਣਾ ਜਾਂ ਐਕਸਟੈਂਡ ਕਰਨਾ ਕੁਝ ਵੀ ਚੀਜ਼ ਨੂੰ ਤੇ ਕੀ ਪਲਾਨਿੰਗ ਹੈਗੀ ਜਿੱਦਾਂ ਮੈਡੀਕਲ ਨੂੰ ਲੈ ਕੇ ਜਾਂ ਐਜੂਕੇਸ਼ਨ ਨੂੰ ਲੈ ਕੇ? ਹੁਣ ਜਿੱਦਾਂ ਕਰੋਨਾ ਕਰਕੇ ਜਿੱਦਾਂ ਇੱਕ ਪੜ੍ਹਾਈ ਵੀ ਖਤਮ ਤਕਰੀਬਨ ਹੋ ਚੁੱਕੀ ਆ ਤੇ ਤੁਹਾਡੀ ਪਲਾਨਿੰਗਸ ਕੀ ਹੈਗੀ ਆ? ਜਿੱਦਾਂ ਹੁਣ ਆਨਲਾਈਨ ਦਾ ਤੁਸੀਂ ਖੁਦ ਹੀ ਕਹਿ ਰਹੇ ਆ ਕਿ ਬਹੁਤ ਇਫੈਕਟ ਪੈ ਰਹੇ ਆ ਬੱਚਿਆਂ ਦੀ ਸਿਹਤ ਦੇ ਉੱਤੇ ਵੀ। ਆਨਲਾਈਨ ਤੇ ਬੱਚੇ ਪੜ੍ਹਨ ਤਾਂ ਆਪਾਂ ਸੋਚਦੇ ਕਿ ਬੈਠੇ ਆ ਬਟ ਫੋਨ ਦੇ ਵਿੱਚ ਪਤਾ ਨਹੀਂ ਕਿਹੜੀ ਉਹ ਜਿਹੜੀ ਹੈਗੀ ਵੈਬਸਾਈਟ ਖੋਲ ਕੇ ਬੈਠੇ ਹੋਣਗੇ ਪੇਰੈਂਟਸ ਨੂੰ ਕੋਈ ਨੌਲੇਜ ਨਹੀਂ ਪਤਾ ਨਹੀਂ। ਤੇ ਕੀ ਇਦਾਂ ਦੀਆਂ ਪਲਾਨਸ ਕੋਈ ਹੈਗੀਆਂ ਕਿ ਆਪਾਂ ਜਿਹੜੀ ਪੇਰੈਂਟਸ ਨੂੰ ਵੀ ਨਾਲ ਦੇ ਨਾਲ ਐਜੂਕੇਟ ਕਰ ਸਕੀਏ ਕਿ ਜਿਹੜੀਆਂ ਆਨਲਾਈਨ ਸਾਈਟਸ ਜਿਹੜੀਆਂ ਹੈਗੀਆਂ ਤੇ ਉਹਨਾਂ ਨੂੰ ਜੇ ਬੱਚੇ ਖੋਲ ਕੇ ਦੇਖਦੇ ਆ ਤਾਂ ਉਹਨਾਂ ਦੇ
ਛੋਟੇ ਬੱਚਿਆਂ ਦੇ ਮੈਂਟਲੀ ਜਿਹੜਾ ਅਸਰ ਪੈਂਦਾ ਆ ਤੇ ਇਦਾਂ ਦੀ ਕੁਝ ਪਲਾਨਿੰਗ ਹੈਗੀ ਆ ਵੀ ਤੁਸੀਂ ਕੁਝ ਪੇਰੈਂਟਸ ਲਈ ਸੈਮੀਨਾਰਸ ਕਰੋ ਜਾਂ ਕੁਝ ਇਦਾਂ ਦਾ? ਅਸੀਂ ਕੁਝ ਚੀਜ਼ਾਂ ਅਸੀਂ ਕਰਨ ਜਾ ਰਹੇ ਹਾਂ। ਅਸੀਂ ਇੱਕ ਦੋ ਤਾਂ ਰਿਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਇੱਕ ਸਿਲੇਬਸ ਦੀ ਗੱਲ ਕਰਾਂਗੇ। NCERT ਦਾ ਸਿਲੇਬਸ ਹੀ ਚਾਹਾਂਗੇ ਵੀ ਜਿੰਨੇ ਸੈਂਟਰ ਸਕੂਲ ਹੈ ਉਹ NCERT ਦਾ ਸਿਲੇਬਸ ਜਿਹੜਾ ਉਹ ਦੇਣ, ਕਿਉਂਕਿ ਉਸ ਸਿਲੇਬਸ ਨੂੰ ਹਰ ਇੱਕ ਪਰਸਨ ਜਿਹੜਾ ਸੈਂਟਰ ਸਕੂਲ ਦਾ ਉਹ ਉਹਨੂੰ ਰੀਡ ਕਰ ਸਕਦਾ ਹੈ, ਅੱਗੇ ਪੜ੍ਹਾ ਵੀ ਸਕਦਾ ਹੈ। ਤੇ ਪੰਜਾਬ ਦਾ ਜਿਹੜਾ ਉਹਦੇ 'ਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸਿਲੇਬਸ ਹੈ, ਇਹ ਤਾਂ ਅਸੀਂ ਸਿਲੇਬਸ ਦੀ ਗੱਲ ਕਰਾਂਗੇ। ਅਸੀਂ ਰਿਟ ਪਾਵਾਂਗੇ ਵੀ ਸਪੈਸੀਫਿਕ ਜਿਹੜੇ ਬੁੱਕਸ ਆਉਂਦੀਆਂ ਜਾਂ ਸਪੈਸੀਫਿਕ ਸਿਲੇਬਸ ਆਉਂਦਾ ਉਹ ਨਾ ਪ੍ਰਸਕ੍ਰਾਈਬ ਕੀਤਾ ਜਾਏ। ਤੇ ਸੈਕੰਡ ਜਿਹੜਾ ਸੀਗਾ ਉਹਦੇ ਵਿੱਚ ਅਸੀਂ ਸਕੂਲਸ ਨੂੰ ਔਰ ਪੇਰੈਂਟ ਨੂੰ ਇਹਨਾਂ ਚੀਜ਼ਾਂ 'ਤੇ ਜ਼ਰੂਰ ਸਿੱਖਿਆ ਦੇਵਾਂਗੇ ਵੀ ਖਾਸ ਕਰਕੇ ਇੱਕ ਬੱਚੇ ਨੂੰ, ਖਾਸ ਕਰਕੇ ਜਿਹੜੇ ਸਾਡੇ ਟੀਨਸ ਹੁੰਦੇ ਆ ਉਹਨਾਂ 'ਚ ਅਸੀਂ ਸੈਕਸ ਐਜੂਕੇਸ਼ਨ ਦੀ ਗੱਲ ਕਰੀਏ, ਕਿਉਂਕਿ ਸਾਡਾ ਸਮਾਜ ਜਿਹੜਾ ਹੈ ਉਹ ਉਸ ਦਿਸ਼ਾ ਵਿੱਚ ਹੈ। ਇਸ ਸਬਜੈਕਟ 'ਤੇ ਅਸੀਂ ਕੋਈ ਜ਼ਿਆਦਾ ਵਿਚਾਰ ਨਹੀਂ ਕਰਦੇ ਤੇ ਇਹਦੇ ਲਈ ਕੋਸ਼ਿਸ਼ ਕਰਦੇ ਆ ਵੀ ਕੁਝ ਡਾਕਟਰਸ ਦੀ ਹੈਲਪ ਲਈਏ, ਅਸੀਂ ਸਕੈਟਰਿਕ ਦੀ ਸੈਕਸੋਲੋਜਿਸਟ ਦੀ ਹੈਲਪ ਲਈਏ ਤਾਂ ਕਿ ਉਹ ਬੱਚਿਆਂ ਨੂੰ ਇਹਦੀ ਪ੍ਰੋਪਰ ਜਾਣਕਾਰੀ ਦੇ ਸਕਣ ਪੇਰੈਂਟ ਦੇ ਨਾਲ ਬਿਠਾ ਕੇ ਜੀ। ਤੇ ਇਹ ਸਬਜੈਕਟ ਮੈਂ ਤੁਹਾਡੇ ਨਾਲ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਸੀਗਾ ਕਿ ਆਪਾਂ ਸ਼ੋਅ ਇੱਕ ਜਿਹੜਾ ਹੈਗਾ ਸਟਾਰਟ ਕਰਨਾ ਚਾਹੁੰਦੇ ਯੂਥ ਨੂੰ ਲੈ ਕੇ ਜੀ। ਤੇ ਜੇਕਰ ਤੁਸੀਂ ਕਹੋ ਤੇ ਆਪਾਂ ਤੁਹਾਡੇ ਨਾਲ ਹੀ ਆਪਾਂ ਇੱਕ ਇੱਥੇ ਜਿਹੜਾ ਵੀਕਲੀ ਸ਼ੋਅ ਜਿਹੜਾ ਹੈਗਾ ਸਟਾਰਟ ਕਰੀਏ, ਕਿਉਂਕਿ ਰਲ ਮਿਲ ਕੇ ਜੇਕਰ ਤੁਸੀਂ ਵੀ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਆ, ਬੱਚਿਆਂ ਦੀ ਜਿਹੜੀ ਇਹ ਹੈਲਥ ਹੈਗੀ ਆ ਇਹਨੂੰ ਲੈ ਕੇ ਆਪਾਂ ਜੀ ਸਪੈਸ਼ਲੀ ਪੰਜਾਬ ਦੇ ਵਿੱਚ ਸਪੈਸ਼ਲੀ ਅੱਜ ਕੱਲ੍ਹ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਕਿ ਸਾਡੀ ਜਿਹੜੀ ਆ ਜਨਤਾ ਹੀ ਮੈਂ ਤਾਂ ਕਹੂੰਗੀ ਜਦੋਂ ਅਸੀਂ ਦਿਮਾਗ ਨਹੀਂ ਯੂਜ਼ ਕਰ ਸਕਦੇ ਤੇ ਕਿੱਧਰਲੇ ਪਾਸੇ ਨੂੰ ਤੁਰੀ ਹੋਈ ਆ। ਸਪੈਸ਼ਲੀ ਜਿਹੜੇ ਬੱਚੇ ਹੈਗੇ ਆ ਪੇਰੈਂਟਸ ਨੂੰ ਖੁਦ ਨਹੀਂ ਪਤਾ ਕਿ ਨੈਟ ਦੇ ਉੱਤੇ ਕੀ ਪਿਆ ਆ ਤੇ ਬੱਚਿਆਂ ਛੋਟਿਆਂ ਨੂੰ ਹੀ ਔਰ ਹਰ ਇੱਕ ਦੇ ਹੱਥ ਦੇ ਵਿੱਚ ਮੋਬਾਈਲ ਆ, ਉਹ ਕਿੱਦਾਂ ਦੀਆਂ ਸਾਈਟਸ ਖੋਲ੍ਹਦੇ ਆ, ਕੋਈ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਕਿ ਅਸੀਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਕੋਈ ਸਪੈਸ਼ਲ ਐਪ ਸਾਡਾ ਹੈਗਾ ਆ ਉਹਦੇ ਉੱਤੇ ਅਸੀਂ ਲੌਕ ਲਾ ਸਕਦੇ, ਬੱਚਿਆਂ ਦੀ ਨਹੀਂ ਖੋਲ੍ਹ ਸਕਦੇ। ਉਹ ਚੀਜ਼ਾਂ ਜਿਹੜੀਆਂ ਸਾਡੇ ਪੇਰੈਂਟਸ ਦੇ ਨੌਲੇਜ ਤੋਂ ਬਾਹਰ ਹੁੰਦੀਆਂ ਤੇ ਇਹ ਲੌਂਗ ਟਰਮ ਜਾ ਕੇ ਸਾਡੇ ਬੱਚਿਆਂ ਦੀ ਹੈਲਥ ਦੇ ਉੱਤੇ ਬਹੁਤ ਹੀ ਇਫੈਕਟ ਪੈਂਦੀ ਆ। ਤੇ ਇਹ ਚੀਜ਼ਾਂ ਬੱਚੇ ਜਿਹੜੇ ਪੇਰੈਂਟਸ ਜਿਹੜੇ ਹੈਗੇ ਅਨਅਵੇਅਰ ਹੁੰਦੇ ਆ, ਸਪੈਸ਼ਲੀ ਪਿੰਡਾਂ ਦੇ ਪੇਰੈਂਟਸ ਜੀ, ਬਿਲਕੁਲ ਇਹਨਾਂ ਨੂੰ ਖੁਦ ਇੰਟਰਨੈਟ ਦੀ ਨੌਲੇਜ ਨਹੀਂ ਹੈਗੀ। ਤੇ ਅਸੀਂ ਤਾਂ ਚਾਹਾਂਗੇ ਜੇਕਰ ਤੁਸੀਂ ਇਹ ਸ਼ੋਅ ਜਿਹੜਾ ਹੈਗਾ ਸਾਡੇ ਨਾਲ ਸਟਾਰਟ ਕਰੋ ਤੇ ਬਹੁਤ ਵਧੀਆ ਗੱਲ। ਬਿਲਕੁਲ ਜੀ, ਕਿਉਂਕਿ ਇਹ ਇੱਕ ਇਦਾਂ ਦਾ ਸਬਜੈਕਟ ਹੈ, ਇਹ ਕੰਟਰੋਵਰਸ਼ੀਅਲ ਵੀ ਚੱਲਦਾ, ਕੰਟਰੋਵਰਸੀ ਹੁੰਦੀ ਹੈ ਇਹਦੇ ਤੇ, ਕਿਉਂਕਿ ਐਕਚੁਅਲੀ ਗੈਪ ਜਿਹੜਾ ਗੈਪ ਦੋ ਤਰ੍ਹਾਂ ਦੇ ਗਿਣੇ ਜਾਂਦੇ ਆ। ਇੱਕ ਤਾਂ ਏਜ ਗੈਪ ਹੁੰਦਾ ਜਿਹਨੂੰ ਅਸੀਂ ਜਨਰੇਸ਼ਨ ਗੈਪ ਬੋਲਦੇ ਆ, ਇੱਕ ਐਜੂਕੇਸ਼ਨਲ ਗੈਪ ਹੁੰਦਾ ਤੇ ਵੈਸੇ ਥਰਡ ਗੈਪ ਜਿਹੜਾ ਹੁਣ ਸਾਡਾ ਚੱਲ ਰਿਹਾ ਉਹ ਟੈਕਨੋਲੋਜੀ ਗੈਪ ਵੀ ਚੱਲ ਰਿਹਾ। ਜਿਹੜੇ ਅਸੀਂ ਬਾਰਡਰ ਏਰੀਏ ਵਾਲੇ ਹੋ ਗਏ ਜਾਂ ਅਸੀਂ ਜਿਹੜੇ ਸੈਂਟਰਲੀ ਲੋਕੇਟਡ ਪਰਸਨ ਹੋ ਗਏ, ਇਹਨਾਂ ਦੇ ਵਿੱਚ ਵੀ ਕਾਫੀ ਗੈਪ ਹੈ ਕਿਉਂਕਿ ਥਿੰਕਿੰਗ ਦਾ ਫਰਕ ਚੱਲਦਾ ਹੈ। ਸਟਾਰਟਿੰਗ ਜਿਹੜੀ ਅਸੀਂ ਕਿਸੇ ਬੱਚੇ ਦੀ ਕਰਦੇ ਹਾਂ ਉਸ ਬੱਚੇ ਨੂੰ ਅਸੀਂ ਖੁਦ ਹੀ ਉਹਦੇ 'ਚ ਅਸੀਂ ਇੱਕ ਫਰਕ ਪਾ ਦਿੰਦੇ ਹਾਂ ਉਹ ਜੋ ਜੈਂਡਰ ਦਾ, ਜਦ ਕਿ ਇਹ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਜੈਂਡਰ ਦਾ ਫਰਕ ਪਾਉਣਾ ਸ਼ੁਰੂ ਕਰਤਾ ਤਾਂ ਇਹਦਾ ਮਤਲਬ ਅਸੀਂ ਉਸ ਨੂੰ ਇੱਕ ਹਊਆ ਬਣਾਤਾ ਉਸ ਚੀਜ਼ ਨੂੰ ਜੋ ਸਾਨੂੰ ਉਹ ਨਹੀਂ ਬਣਨ ਦੇਣਾ ਚਾਹੀਦਾ। ਜ਼ਰੂਰਤ ਹੁੰਦੀ ਆ ਵੀ ਪੇਰੈਂਟ ਜਿਹੜੇ ਆ ਉਹ ਬੱਚੇ ਨੂੰ ਇੱਕ ਸਹੀ ਸਿੱਖਿਆ ਤੇ, ਕਿਉਂਕਿ ਦੋ ਅਗਰ ਜੈਂਡਰ ਕੁਦਰਤ ਨੇ ਬਣਾਏ ਆ ਤਾਂ ਉਹਨਾਂ ਬਾਰੇ ਪ੍ਰੋਪਰ ਜਾਣਕਾਰੀ ਦੋਨਾਂ ਨੂੰ ਹੋਣੀ ਜ਼ਰੂਰੀ ਹੈ ਜੀ। ਤੇ ਹਾਂਜੀ ਵੀਰ ਜੀ, ਤੁਹਾਡੇ ਨਾਲ ਗੱਲਾਂ ਤਾਂ ਜੀ ਕਰਦਾ ਵੀ ਕਰੀ ਜਾਈਏ ਜੀ, ਬਟ ਟਾਈਮ ਜਿਹੜਾ ਆਪਣਾ ਤੁਹਾਨੂੰ ਵੀ ਪਤਾ ਕਿ ਲਿਮਿਟ ਵਿੱਚ ਹੀ ਹੁੰਦਾ ਆ ਇਹ ਸ਼ੋਅ ਦਾ। ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਫਿਰ ਤੁਸੀਂ ਸਾਡੇ ਨਾਲ ਇੱਥੇ ਜੁੜੋਗੇ ਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਆਪਾਂ ਇੱਕ ਵਧੀਆ ਜਿਹੜਾ ਟੌਪਿਕ ਹੈ ਉਹਨੂੰ ਲੈ ਕੇ ਤੇ ਕੁਝ ਇੱਕ ਨਵਾਂ ਜਿਹੜਾ ਸ਼ੋਅ ਅਸੀਂ ਕ੍ਰੀਏਟ ਕਰਨ ਜਾ ਰਹੇ ਹਾਂ, ਹੈਲਥ ਸ਼ੋਅ, ਤੇ ਉਹਦੇ ਵਿੱਚ ਤੁਸੀਂ ਵੀ ਹਿੱਸਾ ਲਵੋ। ਬਿਲਕੁਲ ਜੀ, ਸ਼ੋਰ। ਤੇ ਉਮੀਦ ਕਰਦੇ ਆ ਕਿ ਤੁਸੀਂ ਅੱਜ ਦਾ ਜਿਹੜਾ ਤੁਸੀਂ ਵੀ ਇਸ ਨੂੰ ਇੰਜੋਏ ਕੀਤਾ ਹੋਗਾ ਇੰਟਰਵਿਊ ਨੂੰ। ਬਹੁਤ ਜੀ, ਬਹੁਤ ਚੰਗਾ ਲੱਗਿਆ ਕਿਉਂਕਿ ਜੋ ਕੁਝ ਦਿਲ ਦੇ ਵਲਵਲੇ ਹੁੰਦੇ ਆ ਜਾਂ ਦਿਲ ਦੀਆਂ ਗੱਲਾਂ ਹੁੰਦੀਆਂ ਉਹ ਉਹਨਾਂ ਲੋਕਾਂ ਨੂੰ ਦੱਸ ਕੇ ਜ਼ਿਆਦਾ ਵਧੀਆ ਲੱਗਦਾ ਜਿਹੜੇ ਸੁਣਨ ਦੀ ਉਹ ਰੱਖਦੇ ਆ ਜਾਂ ਜਿਹੜੇ ਉਸ ਫੀਲਡ ਦੇ ਨਾਲ ਜੁੜੇ ਹੁੰਦੇ ਆ। ਬਹੁਤ ਅੱਛਾ ਲੱਗਿਆ ਜੀ ਇਸ ਚੈਨਲ 'ਤੇ ਆ ਕੇ। ਗੱਲਾਂ ਬਾਤਾਂ ਹੋਰ ਵੀ ਕਾਫੀ ਹੁੰਦੀਆਂ ਰਹਿੰਦੀਆਂ, ਪਰ ਜੋ ਇੱਕ ਪਿਆਰ ਜਾਂ ਇੱਕ ਜੋ ਸਾਨੂੰ ਜੋ ਮਤਲਬ ਇੱਕ ਮੋਟੀਵੇਸ਼ਨ ਹੁੰਦੀ ਆ ਉਹ ਬਹੁਤ ਜ਼ਿਆਦਾ ਮਿਲੀ ਹੈ। ਤੇ ਧੰਨਵਾਦ ਕਰਦਾ ਸਾਰੇ ਚੈਨਲ ਦਾ ਤੇ ਸਾਰੇ ਸਹਿਯੋਗੀਆਂ ਦਾ, ਖਾਸ ਕਰਕੇ ਤੁਹਾਡਾ ਜਿਨ੍ਹਾਂ ਨੇ ਯਾਦ ਕੀਤਾ। ਜਾਂਦੇ ਕੁਝ ਸੁਨੇਹਾ ਜੇ ਸਾਡੇ ਦੋਸਤਾਂ ਨੂੰ ਦੇਣਾ ਚਾਹੋ ਤਾਂ ਕੋਈ ਵੀ ਸੁਨੇਹਾ ਆਪਣੀ ਪੁਕਾਰ ਫਾਊਂਡੇਸ਼ਨ ਵੱਲੋਂ? ਬਿਲਕੁਲ ਜੀ, ਸਾਡੀ ਪੁਕਾਰ ਫਾਊਂਡੇਸ਼ਨ ਦਾ ਨਾਮ ਹੀ ਅਸੀਂ ਪੁਕਾਰ ਰੱਖਿਆ ਸੀ ਔਰ ਇਹਦਾ ਕੰਮ ਇਹ ਸੀ ਵੀ ਤੁਸੀਂ ਵੀ ਕਦੇ ਸਾਨੂੰ ਬੁਲਾਓ ਤਾਂ ਅਸੀਂ ਜ਼ਰੂਰ ਆਪਣਾ ਹੱਥ ਵਧਾਵਾਂਗੇ। ਐਚਰ ਪੂਰਾ ਨਾਮ ਪੁਕਾਰ ਫਾਊਂਡੇਸ਼ਨ ਹੈਲਪਿੰਗ ਹੈਂਡ ਫॉर ਹੈਲਪਲੈਸ। ਤੇ ਜਦੋਂ ਵੀ ਕਦੇ ਜ਼ਰੂਰਤ ਹੈ ਸਾਡਾ ਪੁਕਾਰ ਫਾਊਂਡੇਸ਼ਨ ਦੇ ਨਾਮ 'ਤੇ ਪੇਜ ਹੈ, ਉਹਦੇ 'ਤੇ ਤੁਸੀਂ ਨੰਬਰ ਸਾਡੇ ਕਲਿੱਕ ਕਰ ਸਕਦੇ ਹੋ। ਸਾਡੀ ਸਾਰੀ
ਜਿਹੜੀ ਮੈਂਬਰਸ਼ਿਪ ਆ ਉਹਨਾਂ ਦੇ ਨੰਬਰ ਉਹਦੇ 'ਤੇ ਪਏ ਹੋਏ ਆ। ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਕਿਸੇ ਵੀ ਪਰਸਨ ਨੂੰ ਤੁਸੀਂ ਟੱਚ ਕਰ ਸਕਦੇ ਹੋ। ਕਿਸੇ ਤਰ੍ਹਾਂ ਦੀ ਕੋਈ ਹੈਲਪ ਦੀ ਜ਼ਰੂਰਤ ਹੈ, ਚਾਹੇ ਸੋਸ਼ਲ ਹੈਲਪ, ਹੈਲਥ, ਐਜੂਕੇਸ਼ਨ, ਕਿਸੇ ਵੀ ਤਰ੍ਹਾਂ ਦੀ, ਉਹ ਤੁਸੀਂ ਸਾਨੂੰ ਉਹਦੇ 'ਤੇ ਕਾਲ ਕਰ ਸਕਦੇ ਹੋ। ਬਾਕੀ ਧੰਨਵਾਦ ਜੀ, ਥੈਂਕ ਯੂ। ਤੇ ਬਹੁਤ ਬਹੁਤ ਧੰਨਵਾਦ ਵੀਰ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ। ਤੇ ਦੋਸਤੋ ਉਮੀਦ ਕਰਦੀ ਹਾਂ ਅੱਜ ਦਾ ਸ਼ੋਅ ਦ ਰੀਅਲ ਹੀਰੋਜ਼ ਆਪ ਸਭ ਨੂੰ ਆਇਆ ਹੋਊਗਾ ਪਸੰਦ। ਤੇ ਜੇਕਰ ਤੁਹਾਨੂੰ ਇਹ ਆਇਆ ਪਸੰਦ ਤੇ ਜਿਹੜੀ ਆਪਣੀਆਂ ਕਮੈਂਟਸ ਕਰਕੇ ਜ਼ਰੂਰ ਦੱਸਣਾ, ਕਿਉਂਕਿ ਸਾਡੀਆਂ ਕਮੈਂਟਸ ਜਿਹੜੀਆਂ ਸਾਡੇ ਲਈ ਬਹੁਤ ਲਾਹੇਵੰਦ ਹੁੰਦੀਆਂ ਆ। ਤੇ ਨਾਲ ਦੀ ਨਾਲ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਦਿਆ ਕਰਿਓ, ਕਿਉਂਕਿ ਬੈਲ ਆਈਕਨ ਦੇ ਨਾਲ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਅਪਲੋਡ ਜੋ ਹੁੰਦੀਆਂ ਆ ਉਹ ਆ ਕੇ ਘੰਟੀ ਵਜਾ ਦਿਆ ਕਰਨਗੀਆਂ। ਤੇ ਨਾਲ ਦੋਸਤੋ Facebook ਪੇਜ ਲਾਈਕ ਕਰਨਾ ਨਾ ਭੁੱਲਣਾ। ਹੁਣ ਮੈਂ ਆਪ ਸਭ ਤੋਂ ਲੈਣੀ ਆ ਇਜਾਜ਼ਤ। ਨੈਕਸਟ ਟਾਈਮ ਮਿਲਦੇ ਆ ਦ ਰੀਅਲ ਹੀਰੋਜ਼ ਵਿੱਚ ਕਿਸੇ ਹੋਰ ਪਰਸਨੈਲਿਟੀ ਨਾਲ। ਤਦ ਤੱਕ ਰੱਬ ਰਾਖਾ ਦੋਸਤੋ।